ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਪੰਥਾ ਪ੍ਰੇਮ ਨਾ ਜਾਣਈ, ਭੋਲੀ ਫਿਰੈ ਗਵਾਰ। ਨਾਨਕ ਹਰਿ ਬਿਸਰਾਏ ਕੈ, ਪਾਉਂਦੇ ਨਰਕ ਅੰਧਿਆਰ। ਪੰਥਾ ਪ੍ਰੇਮ ਨਾ ਜਾਣਈ, ਭੋਲੀ ਫਿਰੈ ਗਵਾਰ। ਨਾਨਕ ਹਰਿ ਬਿਸਰਾਏ ਕੈ, ਪਾਉਂਦੇ ਨਰਕ ਅੰਧਿਆਰ। ਮਾਇਆ ਮਨਹੁ ਨਾ ਵੀਸਰੈ, ਮੰਗੈ ਦਮਾ ਦਮ। ਸੋ ਪ੍ਰਭ ਚਿਤ ਨਾ ਆਵਈ, ਨਾਨਕ ਨਹੀਂ ਕਰਮ। ਤਿਚਰ ਮੂਲ ਨਾ ਥੋੜੀਂਦੋ, ਜਿਚਰ ਆਪ ਕਿਰਪਾਲ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਤਿਚਰ ਮੂਲ ਨਾ ਥੋੜੀਂਦੋ, ਜਿਚਰ ਆਪ ਕਿਰਪਾਲ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਦੇ ਉਚਾਰਨ ਕੀਤੇ ਹੋਏ 3 ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰ ਸਕੀਏ। ਵਿਚਾਰ ਤੋਂ ਪਹਿਲਾਂ ਆਪ ਜੀ ਅਸੀਸ ਬਖਸ਼ੋ, ਪਿਆਰ ਅਦਬ ਸਹਿਤ ਸਮੂਹ ਸੰਗਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਦੇ ਜੋ ਸ਼ਲੋਕ ਅੱਜ ਵਿਚਾਰ ਅਧੀਨ ਹਨ, ਇਸ ਪਹਿਲੇ ਸ਼ਲੋਕ ਦੇ ਆਖਰੀ ਅਰਥ ਨੇ ਪੰਥਾ ਪ੍ਰੇਮ ਨਾ ਜਾਣਈ। ਲਫ਼ਜ਼ ਹੈ ਪੰਥ
ਇੱਥੇ ਹਜ਼ੂਰ ਨੇ ਸ਼ਬਦ ਵਰਤਿਆ ਹੈ ਪੰਥਾ। ਇਹਦੇ ਲਫ਼ਜ਼ੀ ਅਰਥ ਨੇ ਰਸਤਾ, ਮਾਰਗ ਜਾਂ ਰਾਹ। ਪੰਥਾ ਪ੍ਰੇਮ ਨਾ ਜਾਣਈ, ਇਹਦੇ ਅਰਥ ਕਰਾਂਗੇ ਕਿ ਇਹ ਜੀਵ ਰੂਪੀ ਇਸਤਰੀ ਜਾਂ ਸ਼ਬਦ ਜੀਵ ਵਰਤੀਏ, ਇਹ ਪ੍ਰੇਮ ਦੇ ਰਾਹ ਨੂੰ, ਪ੍ਰੇਮ ਦੀ ਬਾਟ ਨੂੰ, ਪ੍ਰੇਮ ਦੇ ਰਸਤੇ ਨੂੰ ਨਹੀਂ ਜਾਣਦੀ, ਭੁੱਲੀ ਫਿਰੈ ਗਵਾਰ। ਪ੍ਰੇਮ ਦੇ ਰਸਤੇ ਨੂੰ ਜਾਣਿਆ ਨਹੀਂ ਤੇ ਇਹ ਅਸਲ 'ਚ ਭੁੱਲ ਗਈ ਹੈ ਪਰਮਾਤਮਾ ਨੂੰ। ਤੇ ਸਤਿਗੁਰੂ ਨੇ ਸ਼ਬਦ ਵਰਤਿਆ ਫਿਰੈ ਦਾ ਅਰਥ ਹੈ ਭਟਕਦੀ ਪਈ ਹੈ, ਭੁੱਲੀ ਹੋਈ ਭਟਕ ਰਹੀ ਹੈ। ਕੌਣ? ਸ਼ਬਦ ਵਰਤਦੇ ਨੇ ਗਵਾਰ। ਗਵਾਰ ਦਾ ਲਫ਼ਜ਼ੀ ਅਰਥ ਹੈ ਮੂਰਖ, ਗਵਾਰ। ਹਜ਼ੂਰ ਦੇ ਇਸ ਤੁਕ ਦੇ ਅਰਥ ਹੋ ਗਏ ਕਿ ਰੱਬ ਨੂੰ ਭੁੱਲੀ ਭਟਕਦੀ ਹੋਈ ਜੀਵ ਇਸਤਰੀ, ਪ੍ਰੇਮ ਦਾ ਮਾਰਗ ਇਹਨੇ ਨਹੀਂ ਜਾਣਿਆ ਤੇ ਸੱਚ ਇਹ ਵੀ ਰੱਬ ਨੂੰ ਭੁਲਾ ਕੇ ਇਹ ਭਟਕੀ ਹੋਈ ਹੈ। ਫਿਰ ਇਸ ਤੋਂ ਬਾਅਦ ਮਹਾਰਾਜ ਕਹਿੰਦੇ ਨੇ ਕਿ ਭੁੱਲੀ ਹੋਈ ਕਿਸ ਚੀਜ਼ ਨੂੰ ਭੁੱਲਿਆ। ਹਾਲਾਂਕਿ ਇੱਥੇ ਖਰੀ ਸ਼ਬਦ ਨਹੀਂ ਵਰਤਿਆ ਪਹਿਲੀ ਤੁਕ 'ਚ, ਸਿਰਫ ਇੰਨਾ ਹੀ ਹੈ ਪੰਥਾ ਪ੍ਰੇਮ ਨਾ ਜਾਣਈ, ਭੁੱਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿਸ ਨੂੰ ਭੁੱਲਿਆ? ਸ਼ਬਦ ਕਹਿ ਹਰ ਬਿਸਰਾਏ ਕੈ, ਹਰੀ ਨੂੰ, ਪਰਮਾਤਮਾ ਨੂੰ, ਵਾਹਿਗੁਰੂ ਨੂੰ ਭੁਲਾ ਦਿੱਤਾ, ਵਿਸਾਰ ਦਿੱਤਾ। ਤੇ ਗੁਰੂ ਸਾਹਿਬ ਸ਼ਬਦ ਵਰਤਦੇ ਨੇ ਉਹਨੂੰ ਭੁਲਾਉਣ ਦਾ ਇਹਨੂੰ ਅੰਤ ਫਲ ਕੀ ਮਿਲਿਆ? ਮਹਾਰਾਜ ਕਹਿੰਦੇ ਨੇ ਪਾਉਂਦੇ ਨਰਕ ਅੰਧਿਆਰ। ਪਾਉਂਦੇ ਦਾ ਅਰਥ ਹੈ ਪੈਣਾ, ਨਰਕ ਵਿੱਚ। ਅੰਧਿਆਰ ਦਾ ਅਰਥ ਕਰਾਂਗੇ ਅੰਨਾ ਖੂਹ, ਕੁੱਪ ਖੂਹ, ਹਨੇਰੇ ਵਾਲਾ ਖੂਹ। ਕਿ ਇਹ ਜੀਵ ਇਸਤਰੀ ਮੂਰਖ ਭੁੱਲੀ ਹੋਈ ਪ੍ਰੇਮ ਦਾ ਰਾਹ ਰੱਬ ਦੇ ਘਰ ਦਾ ਨਹੀਂ ਜਾਣਿਆ, ਸੱਚ ਇਹ ਵੇ ਖਰੀ ਨੂੰ ਭੁੱਲ ਕੇ ਇਹ ਨਰਕਾਂ ਦੇ ਖੂਹ ਵਿੱਚ ਡਿੱਗ ਰਹੀ ਹੈ। ਫਿਰ ਅੱਗੇ ਮਹਾਰਾਜ ਨੇ ਇਸ ਨੂੰ ਫਿਰ ਕਿਹਾ, ਕਿਉਂ ਕਿਵੇਂ ਭੁੱਲੀ? ਮਾਇਆ ਮਨੋ ਨਾ ਵੀਸਰੈ। ਇਸ ਦੇ ਵਿੱਚੋਂ, ਇਸ ਦੇ ਮਨ ਵਿੱਚੋਂ ਮਾਇਆ ਦਾ ਚੇਤਾ ਨਹੀਂ ਭੁੱਲਦਾ। ਮਾਇਆ ਮਨੋ ਨਾ ਵੀਸਰੈ, ਮਨ ਵਿੱਚੋਂ ਮਾਇਆ ਨੂੰ ਨਹੀਂ ਭੁਲਾ ਰਹੀ। ਮਹਾਰਾਜ ਕਹਿੰਦੇ ਨੇ ਮੰਗੈ ਦਮਾ ਦਮ। ਚਿੱਤ ਵਿੱਚ ਮਾਇਆ ਦਾ, ਪੈਸੇ ਦਾ, ਦੌਲਤ ਦਾ, ਪਦਾਰਥਾਂ ਦਾ ਹੀ ਚੇਤਾ ਹੈ। ਤੇ ਮਹਾਰਾਜ ਕਹਿੰਦੇ ਨੇ ਅਜੇ ਵੀ ਮੰਗਦੀ ਪਈ ਦਮਾ ਦਮ। ਇੱਥੇ ਆਪ ਨੂੰ ਬੇਨਤੀ ਹੈ, ਕੁਝ ਵਿਦਵਾਨਾਂ ਨੇ ਦਮ ਦਾ ਅਰਥ ਦਮੜੀ ਨਾਲ ਜੋੜ ਕੇ ਕੀਤਾ ਕਿ ਪੈਸੇ ਹੀ ਪੈਸੇ ਮੰਗਦੀ ਹੈ। ਸ਼ਬਦਾਰਥ ਟੀਕੇ ਵਿੱਚ ਕਿਹਾ ਕਿ ਪਰਮਾਤਮਾ ਨੂੰ ਭੁਲਾਇਆ, ਮਾਇਆ ਮਨ ਵਿੱਚੋਂ ਵਿਸਰਦੀ ਨਹੀਂ ਤੇ ਇਹ ਸਿਰਫ ਪੈਸਾ ਹੀ ਪੈਸਾ। ਦਮਾ ਦਮ ਦਾ ਅਰਥ ਪੈਸਾ ਕੀਤਾ, ਪਰ ਅਸਲ 'ਚ ਇਹਦੇ ਵਿਦਵਾਨ ਅਰਥ ਇਹ ਵੀ ਕਰਦੇ ਆ ਕਿ ਅਸਲ ਦੰਭ ਦਮ ਚੇਤੇ ਵਿੱਚ ਵੀ ਪਰਮਾਤਮਾ ਨਹੀਂ ਤੇ ਇਹਦੇ ਚੇਤੇ ਦੇ ਵਿੱਚ ਦੰਭ ਦਮ ਦਾ ਅਰਥ ਹੈ ਸਵਾਸ ਸਵਾਸ। ਇਹ ਸਿਰਫ ਤੇ ਸਿਰਫ ਕੇਵਲ ਮਾਇਆ ਪਦਾਰਥ ਹੀ ਮੰਗੀ ਜਾ ਰਹੀ ਹੈ। ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ। ਇਹਨੂੰ ਕਹ ਲਾਂਗੇ ਦਮ ਬਦਮ। ਜਿਵੇਂ ਪਾਠ ਹੁੰਦਾ ਦਮ ਦਮ ਸਦਾ ਸੰਭਾਲਦਾ, ਉੱਥੇ ਸਿਮਰਨ ਲਿਖਿਆ ਦਮ ਨਾ ਬਿਰਥਾ ਜਾਏ। ਇੱਥੇ ਹੈ ਦਮਾ ਦਮ ਦਾ ਅਰਥ ਕਿ ਜਿੰਨੇ ਦਮ ਗਿੰਨੇ ਸਵਾਸ ਇਹਦੇ ਅੰਦਰ ਆਉਂਦੇ ਨੇ, ਹਰ ਸਵਾਸ ਸਵਾਸ ਸੱਚ ਏਵੇ। ਇਹ ਭੁੱਲੀ ਗਵਾਰ ਪਰਮਾਤਮਾ ਨੂੰ ਯਾਦ ਕਰਨ ਦੀ ਥਾਂ ਦਮ ਬਦਮ ਮਾਇਆ ਹੀ ਮੰਗਦੀ ਹੈ। ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ ਸੋ ਪ੍ਰਭ ਚਿਤ ਨਾ ਆਵਈ। ਇਸ ਨੂੰ ਉਹ ਪਰਮਾਤਮਾ ਚੇਤੇ ਨਹੀਂ, ਪਰਮੇਸ਼ਵਰ ਯਾਦ ਨਹੀਂ। ਤੇ ਸਾਹਿਬ ਕਹਿੰਦੇ ਨਾਨਕ ਨਹੀਂ ਕਰਮ। ਅੱਗੇ ਫਿਰ ਇੱਕ ਤਰਸ ਕੀਤੋ ਨੇ, ਕਹਿਣ ਲੱਗੇ ਇਸ ਵਿਚਾਰੇ ਦਾ ਕੀ ਕਸੂਰ ਕੱਢਾਂ। ਨਾਨਕ ਨਹੀਂ ਕਰਮ, ਇਹਦੀ ਕਿਸਮਤ ਵਿੱਚ, ਇਹਦੇ ਭਾਗਾਂ ਵਿੱਚ ਪਰਮਾਤਮਾ ਤੂੰ ਸਿਮਰਨ ਲਿਖਿਆ ਹੀ ਨਹੀਂ। ਜੇ ਤੂੰ ਸਿਮਰਨ ਲਿਖਿਆ ਹੋਵੇ ਸੇ ਸਿਮਰੈ ਜਿਨ ਆਪ ਸਿਮਰਾਏ।
ਇਹਦਾ ਮਤਲਬ ਅੱਗੇ ਮਹਾਰਾਜ ਫਿਰ ਸਿਮਰਨ ਦੀ ਗੱਲ ਕਰਦੇ ਆ, ਬਾਣੀ ਦੀ ਗੱਲ ਕਰਦੇ ਨੇ, ਗੁਰੂ ਦੇ ਸ਼ਬਦ ਦੀ ਬਖਸ਼ਿਸ਼ ਦੀ ਗੱਲ ਕਰਦੇ ਨੇ। ਤਿੱਚਰ ਮੂਲ ਨਾ ਥੋੜੀਂਦੋ, ਕਿਉਂਕਿ ਆਪਾਂ ਹਰ ਰੋਜ਼ ਪਹਿਲਾਂ ਅੱਖਰੀ ਅਰਥ ਕਰਨੇ। ਤਿੱਚਰ ਦਾ ਅਰਥ ਹੈ ਓਨੀ ਦੇਰ ਤੱਕ, ਤਦੋਂ ਤੱਕ। ਮੂਲ ਦਾ ਅਰਥ ਹੈ ਉੱਕਾ ਵੀ ਨਹੀਂ, ਜਿਵੇਂ ਮੂਲ ਸ਼ਬਦ ਵਰਤਨੇ ਆ। ਇੱਕ ਮੂਲ ਸ਼ਬਦ ਹੁੰਦਾ ਜੜ, ਇਹਦਾ ਅਰਥ ਹੈ ਉੱਕਾ ਵੀ ਨਹੀਂ, ਇਹਦਾ ਅਰਥ ਹੋ ਗਿਆ ਕਦੀ ਵੀ ਨਹੀਂ, ਸਿੱਧੇ ਗੱਲ। ਤਿੱਚਰ ਮੂਲ ਨਾ ਥੋੜੀਂਦੋ, ਓਨੀ ਦੇਰ ਤੱਕ, ਤਦੋਂ ਤੱਕ, ਬਿਲਕੁਲ ਵੀ ਕਦੀ ਟੋਟਾ ਨਹੀਂ ਆਵੇਗਾ। ਥੋੜੀਂਦੋ ਅਰਥ ਥੁੜੇਗਾ ਨਹੀਂ, ਘਟੇਗਾ ਨਹੀਂ, ਮੁੱਕੇਗਾ ਨਹੀਂ। ਤਿੱਚਰ ਮੂਲ ਨਾ ਥੋੜੀਂਦੋ, ਜਿਚਰ ਆਪ ਕਿਰਪਾਲ। ਜਿੰਨੀ ਦੇਰ ਤੱਕ ਪਰਮਾਤਮਾ ਤੇਰੇ ਤੇ ਕਿਰਪਾਲੂ ਹੈ, ਦਿਆਲੂ ਹੈ, ਸੱਚ ਇਹ ਵੇ ਕਿ ਤੈਨੂੰ ਘਾਟਾ ਟੋਟਾ ਨਹੀਂ ਪਏਗਾ। ਸ਼ਬਦ ਅਖੁੱਟ ਬਾਬਾ ਨਾਨਕਾ। ਚਲੋ ਭਾਵੇਂ ਮੈਂ ਪਾਠ ਸਿੱਧੇ ਹੀ ਕਰ ਰਿਹਾ। ਸ਼ਬਦ, ਸ਼ਬਦ ਦਾ ਅਰਥ ਇੱਥੇ ਗੁਰੂ ਕੀ ਬਾਣੀ। ਸ਼ਬਦ ਦਾ ਅਰਥ ਪਰਮਾਤਮਾ ਦੇ ਰੂਹਾਨੀਅਤ ਦਾ ਨਾਮ ਖਜ਼ਾਨਾ। ਅਖੁੱਟ ਦਾ ਅਰਥ ਜਿੰਨੇ ਕਦੀ ਖਤਮ ਨਹੀਂ ਹੋਣਾ, ਬਿਨਸਣਾ ਨਹੀਂ। ਕੁਛ ਵਿਦਵਾਨਾਂ ਨੇ ਬਾਬਾ ਨਾਨਕਾ ਦਾ ਅਰਥ ਕੀਤੇ ਬਾਬੇ ਨਾਨਕ ਦਾ ਦਿੱਤਾ, ਪਰ ਗੁਰਮੁਖੋ ਅਰਥ ਜਦੋਂ ਕਰਾਂਗੇ ਸ਼ਬਦ ਅਖੁੱਟ ਬਾਬਾ ਨਾਨਕਾ, ਬਾਬਾ ਦਾ ਅਰਥ ਕੀਤਾ ਹੈ ਭਾਈ ਕਿ ਸ਼ਬਦ ਦਾ ਖਜ਼ਾਨਾ ਅਖੁੱਟ ਹੈ। ਨਾਨਕਾ ਦਾ ਅਰਥ ਹੈ ਗੁਰੂ ਅਰਜੁਨ ਸਾਹਿਬ ਬਖਸ਼ਿਸ਼ ਕਰ ਰਿਹਾ, ਇਹ ਕਹਿ ਰਿਹਾ ਖਾਹੇ ਖਰਚ ਧਨ ਮਾਲ, ਇਸ ਨਾਮ ਦੇ ਖਜ਼ਾਨੇ ਨੂੰ ਤੂੰ ਖਾ, ਨਾਮ ਦੇ ਖਜ਼ਾਨੇ ਨੂੰ ਤੂੰ ਖਰਚ, ਨਾਮ ਦੇ ਖਜ਼ਾਨੇ ਨੂੰ ਤੂੰ ਵਰਤ। ਗੁਰੂ ਸਾਹਿਬ ਕਹਿੰਦੇ ਸੀ ਤੈਨੂੰ ਬੋਲ ਕੇ ਕਹਿ ਰਹੇ ਹਾਂ, ਜਿੰਨੀ ਦੇਰ ਤੱਕ ਪਰਮਾਤਮਾ ਦਿਆਲੂ ਹੈ, ਰੂਹਾਨੀਅਤ ਦੇ ਖਜ਼ਾਨੇ ਵਿੱਚ ਕਦੀ ਵੀ ਟੋਟਾ ਨਹੀਂ ਆ ਸਕਦਾ। ਇਹ 3 ਸ਼ਲੋਕ ਨੇ ਜੀ, ਜਿਨ੍ਹਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਇਸ ਦੀ ਜੋ ਸੰਖੇਪ ਜੀ ਅੱਜ ਵਿਚਾਰ ਹੈ। ਪੰਥਾ ਪ੍ਰੇਮ ਨਾ ਜਾਣੀ, ਭੂਲੀ ਫਿਰੈ ਗਵਾਰ। ਨਾਨਕ ਹਰ ਬਿਸਰਾਏ ਕਹਿ ਪਾਉਂਦੇ, ਨਰਕ ਅੰਧਿਆਰ। ਇਹ ਦੋਨਾਂ ਸ਼ਲੋਕਾਂ ਦਾ ਪ੍ਰਕਰਨ ਇੱਕ ਹੋਵੇ। ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵਈ, ਨਾਨਕ ਨਹੀਂ ਕਰਾਮ। ਦੋਨਾਂ ਸ਼ਲੋਕਾਂ ਦੇ ਵਿੱਚ ਮਹਾਰਾਜ ਇਸ ਨੂੰ ਭੁੱਲੀ, ਗਵਾਰ, ਭਟਕਣ ਵਾਲੀ, ਜੀਵ ਇਸਤਰੀ ਕਿਹਾ। ਮਨ ਵਿੱਚ ਹਰ ਵੇਲੇ ਇੱਕੋ ਚਿੰਤਨ ਚੱਲਦਾ ਪਿਆ ਹੈ, ਮੇਰੇ ਕੋਲ ਪਦਾਰਥ, ਮੇਰੇ ਕੋਲ ਦੌਲਤ, ਮੇਰੇ ਕੋਲ ਸੰਸਾਰ ਦਾ ਐਸ਼ਵਰਜ ਸਭ ਕੁਝ ਆ ਜਾਏ, ਪਰ ਮਹਾਰਾਜ ਕਿਤੇ ਨੇ ਖਰੀ ਨੂੰ ਵਿਸਾਰ ਦਿੱਤਾ ਹੈ। ਹੁਣ ਇਹਦਾ ਮਤਲਬ ਇਹਨਾਂ 2 ਸ਼ਲੋਕਾਂ ਵਿੱਚ ਇੱਕ ਪਾਸੇ ਦੁਨਿਆਵੀ ਪਦਾਰਥਾਂ ਧਨ ਦਾ ਜ਼ਿਕਰ ਕੀਤਾ ਤੇ ਇੱਕ ਸ਼ਲੋਕ ਵਿੱਚ ਇਹਦੇ ਬਿਲਕੁਲ ਬਰਾਬਰ, ਇਹਦੇ ਮੁਕਾਬਲੇ ਤੇ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦਾ, ਬਾਣੀ ਦਾ, ਨਾਮ ਦਾ, ਸਿਮਰਨ ਦਾ, ਪਰਮਾਤਮਾ ਦੀ ਰੂਹਾਨੀਅਤ ਦੇ ਖਜ਼ਾਨੇ ਦਾ ਜ਼ਿਕਰ ਕੀਤਾ ਹੈ। ਦੋਨਾਂ ਪਹਿਲੇ ਸ਼ਲੋਕਾਂ ਵਿੱਚ ਆਪ ਜੀ ਦੇ ਸਨਮੁਖ ਜੋ ਬੇਨਤੀ ਕਰਨੀ ਹੈ ਕਿ ਅਸਲ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਧਨ ਦਾ ਜ਼ਿਕਰ ਬਹੁਤ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਾਇਆ ਦਾ ਜ਼ਿਕਰ ਬਹੁਤ ਕਰਦੀ ਹੈ। ਪਰ ਇਹ ਵੀ ਆਪ ਜੀ ਨੂੰ ਪਿਛਲੇ ਵਾਰ ਜਦੋਂ ਸ਼ਲੋਕ ਪੜ੍ਹ ਰਹੇ ਸਾਂ, ਆਪਾਂ ਵਿਚਾਰ ਕੀਤੀ ਸੀ ਕਿ ਅਸਲ 'ਚ ਮਾਇਆ ਦਮੜੀ, ਪੈਸਾ, ਕਰੰਸੀ, ਇਹਨੂੰ ਜੋ ਵੀ ਆਪਾਂ ਵੱਖਰੇ ਵੱਖਰੇ ਨਾਮ ਦਿੱਤੇ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਦੀ ਸ਼ਕਤੀ, ਇਹਦੀ ਵਰਤੋਂ ਸਹੀ ਹੋਵੇ ਤੇ ਉਹਦੀ ਪ੍ਰੋੜਤਾ ਵੀ ਕਰਦੀ ਹੈ। ਦੂਜੇ ਪਾਸੇ ਜਦੋਂ ਇਹਦੀ ਬਹੁਤਾਤ ਦਰ ਤੇ ਬਹੁਤ ਕੁਛ ਆ ਗਿਆ ਤੇ ਕਈ ਵਾਰੀ ਬੰਦੇ ਦੀ ਮੱਤ ਮਾਰ ਦਿੰਦੀ ਏ। ਬੰਦਾ ਉਹੀ ਹੁੰਦਾ ਹੈ, ਹਕੀਕਤ ਇਹ ਵੇ ਦੌਲਤ ਬੰਦੇ ਦਾ ਬਹਿਣਾ, ਉੱਠਣਾ, ਬੋਲਣਾ ਸਭ ਕੁਝ ਬਦਲ ਕੇ ਰੱਖ ਦਿੰਦੀ ਹੈ। ਆਓ ਅਸੀਂ ਦੋਨੋਂ ਪੱਖ ਲਵਾਂਗੇ ਜੀ ਬਾਣੀ ਵਿੱਚੋਂ। ਕਬੀਰ ਸਾਹਿਬ ਦਾ ਅਸੀਂ ਬਚਨ ਪੜ੍ਹਨੇ। ਪਹਿਲੀ ਗੱਲ ਕਿ ਮਾਇਆ ਕੀ ਚੀਜ਼ ਹੈ। ਮੈਂ ਸਵੇਰੇ ਵੀ ਕਿਹਾ, ਚਲੋ ਮੰਨ ਲਓ ਆਹ ਡਾਲਰ ਨੇ, ਰੁਪਈਆ ਹੈ, ਪਾਉਂਡ ਹੈ, ਜੇ ਹਕੀਕਤ ਵਿੱਚ ਵੇਖੋ ਇਹ ਤਾਂ ਇੱਕ ਬੰਦੇ ਨੇ ਸਿਸਟਮ ਚਲਾਉਣ ਵਾਸਤੇ ਹੀ ਕਾਗਜ਼ ਬਣਾਇਆ ਹੋਇਆ ਹੈ ਨਾ। ਪੇਪਰ ਉਹੀ ਹੈ। ਬੰਦੇ ਨੇ ਇਸ ਸੰਸਾਰ ਦਾ ਕੰਮ ਚਲਾਉਣ ਦੇ ਲਈ
ਇਹ ਸਾਰੀ ਜਿਹਨੂੰ ਕਰੰਸੀ ਕਹੋ, ਡਾਲਰ, ਰੁਪਈਆ, ਪਾਉਂਡ, ਜੋ ਵੀ ਸ਼ਬਦ ਵੱਖ-ਵੱਖ ਮੁਲਕਾਂ ਨੇ ਵਰਤੇ, ਪਰ ਜੇ ਬੰਦਾ ਹੀ ਚਾਹੇ ਕਿ ਮੈਂ ਇਸ ਸਿਸਟਮ ਨੂੰ ਖਤਮ ਕਰਨਾ, ਮੈਂ ਕੱਲ੍ਹ ਵੀ ਕਿਹਾ, ਜਿਹਨੂੰ ਅਸੀਂ ਕਹਿੰਦੇ ਹਾਂ ਬਹੁਤ ਕੀਮਤੀ, ਤੇ ਜਦੋਂ ਬੰਦੇ ਹੀ ਕਹੇ ਵੀ ਮੈਂ ਇਸ ਨੂੰ ਨਹੀਂ ਸਵੀਕਾਰਦਾ, ਸਰਕਾਰ ਜਿਵੇਂ ਕਿਹਾ ਕਿ ਅਸੀਂ ਬਿਲਕੁਲ ਨਹੀਂ ਇਸ ਕਰੰਸੀ ਨੂੰ ਮੰਨਦੇ, ਸੱਚ ਇਹ ਵੇ ਜਿਹਨੂੰ ਲੋਕੀ ਸੀਨੇ ਨਾਲ ਲਾ ਕੇ ਬੈਠੇ ਸਨ, ਉਹਨੂੰ ਚਰਸਤੇ ਵਿੱਚ ਰੱਖ ਕੇ ਲੋਕਾਂ ਫੂਕਿਆ ਵੀ ਤੇ ਨਾਲਿਆਂ ਵਿੱਚ ਵੀ ਸੱਟਿਆ। ਇਹਦਾ ਮਤਲਬ ਇਹ ਬੰਦੇ ਦੇ ਸਿਸਟਮ ਨੇ ਇਹਦੀ ਕੀਮਤ ਪਾਈ। ਰੱਬ ਦੇ ਘਰ ਵਿੱਚ ਜੇ ਬੰਦੇ ਦੀ ਨਜ਼ਰ ਵਿੱਚ ਸਿਰਫ ਕੰਮ ਚਲਾਊ ਹੀ ਕਾਗਜ਼ ਹੈ, ਤੇ ਯਾਦ ਰੱਖਿਓ ਰੱਬ ਦੇ ਘਰ ਵਿੱਚ ਇਹਦੀ ਕਿੰਨੀ ਕੁ ਕੀਮਤ ਹੋਵੇਗੀ। ਗੁਰੂ ਸਾਹਿਬ ਨੇ ਪਹਿਲੀ ਬਖਸ਼ਿਸ਼ ਕਿ ਮਾਇਆ ਦੇ ਕਨਸੈਪਟ ਨੂੰ ਆਪਾਂ ਸਮਝੀਏ। ਮੈਂ ਇੱਕ ਵਾਰ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਜਿਹੜੇ ਬੰਦੇ ਕਦੀ ਵੀ ਦੌਲਤ ਦੇ ਕਿਸੇ ਸਿੱਕੇ, ਪੈਸੇ, ਨੋਟ ਨੂੰ ਹੱਥ ਨਹੀਂ ਲਾਉਂਦੇ, ਗੁਰੂ ਗ੍ਰੰਥ ਸਾਹਿਬ ਮੁਤਾਬਕ ਉਹਨਾਂ ਨੂੰ ਵੀ ਮਾਇਆ ਵਿਆਪ ਜਾਂਦੀ ਹੈ। ਜਿਨ੍ਹਾਂ ਕਦੀ ਹੱਥ ਨਹੀਂ ਲਾਇਆ ਉਹਨਾਂ ਨੂੰ ਮਾਇਆ ਹੋਰ ਰੂਪ ਨਾਲ ਵਿਆਪਦੀ। ਬਾਣੀ 'ਚ ਆਪ ਰੋਜ਼ ਇੱਕ ਪਾਠ ਕਰਦੇ ਹੋ ਜੀ, ਰਹਿ ਰਾਸ ਵਿੱਚ ਵੀ ਤੇ ਜਪਜੀ ਸਾਹਿਬ ਵਿੱਚ ਵੀ। ਉੱਥੇ ਇੱਕ ਬਚਨ ਹੁੰਦਾ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ। ਇਸ ਤੋਕ ਨੇ ਸਾਨੂੰ ਕਿਹਾ ਵੀ ਮਾਇਆ ਦੀ ਵਿਆਖਿਆ ਬੜੀ ਵਿਸਤਾਰ ਸਹਿਤ ਹੋਵੇਗੀ। ਹੁਣ ਇੱਥੇ ਹੈ ਕਈ ਰੰਗਾਂ ਦੀ, ਸ਼ਬਦ ਸੁਣਿਓ, ਰੰਗੀ, ਭਾਂਤੀ ਤੇ ਜਿਨਸੀ ਸ਼ਬਦ ਆਇਆ। ਕਈ ਰੰਗਾਂ ਦੀ, ਕਈ ਭਾਂਤਾਂ ਦੀ, ਕਈ ਜਿਨਸਾਂ ਦੀ ਪਰਮਾਤਮਾ ਨੇ ਆਪ ਮਾਇਆ ਪੈਦਾ ਕੀਤੀ ਹੈ। ਹੁਣ ਇਹਦੇ ਅਰਥ ਅਸੀਂ ਨੋਟਾਂ ਦਾ ਰੰਗ ਨਹੀਂ ਕਰਾਂਗੇ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਅਨੇਕਾਂ ਰੰਗਾਂ ਦੀ, ਅਨੇਕਾਂ ਭਾਂਤਾਂ ਦੀ, ਅਨੇਕਾਂ ਕਿਸਮਾਂ ਦੀ, ਜਿਨਸੀ ਦਾ ਅਰਥ ਕਿਸਮ ਕਰਾਂਗੇ, ਜਿਸ ਪਰਮਾਤਮਾ ਨੇ ਮਾਇਆ ਪੈਦਾ ਕੀਤੀ। ਫਿਰ ਬਾਣੀ 'ਚ ਇੱਕ ਪਾਠ ਹੁੰਦਾ, ਕਬੀਰ ਸਾਹਿਬ ਦਾ ਸ਼ਲੋਕ ਹੈ, ਕਬੀਰ ਆਈ ਮੁਝੈ ਪੈ, ਅਗਲੀ ਤੋਕ ਹੈ ਅਨਕ ਕਰੇ ਕਰ ਭੇਸ। ਕਹਿੰਦੇ ਇੱਕ ਰੂਪ 'ਚ ਥੋੜਾ ਮਾਇਆ ਆਈ, ਇਹ ਕਈ ਰੂਪਾਂ ਦੇ ਵਿੱਚ ਮੇਰੇ ਕੋਲ ਮਾਇਆ ਆਈ। ਕਬੀਰ ਆਈ ਮੁਝੈ ਪੈ ਅਨ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਕਹਿੰਦੇ ਨੇ ਕਈ ਰੂਪਾਂ 'ਚ ਮੇਰੇ ਕੋਲ ਆਈ। ਹੁਣ ਥੋੜਾ ਜਿਹਾ ਆਪਾਂ ਹੋਰ ਬਾਣੀ 'ਚੋਂ ਦੇਖੀਏ ਜੀ, ਇਹ ਕਈ ਜਨਸਾਂ ਦੀ, ਕਈ ਰੂਪਾਂ ਦੀ, ਕਈ ਰੰਗਾਂ ਦੀ। ਗੁਰੂ ਗ੍ਰੰਥ ਸਾਹਿਬ ਮੁਤਾਬਕ ਸੱਚ ਇਹ ਵੇ, ਭਾਵੇਂ ਦ੍ਰਿਸ਼ਟਮਾਨ 'ਚ ਅਸੀਂ ਕਹਿੰਦੇ ਹਾਂ ਕਾਰ, ਇਹ ਕਾਰਾਂ, ਗੱਡੀਆਂ, ਸਭ ਕੁਝ, ਮੈਂ ਨਿੰਦ ਨਹੀਂ ਰਿਹਾ, ਪਰ ਹਕੀਕਤ ਇਹ ਵੇ ਕਿ ਇਸ ਬਾਹਰ ਮੁਖੀ ਜੋ ਪਸਾਰਾ ਹੈ, ਜਦੋਂ ਸਾਡੀ ਸੁਰਤ ਉੱਤੇ ਇਹ ਭਾਰੀ ਪੈ ਜਾਂਦਾ ਹੈ, ਇਹ ਪ੍ਰਭਾਵ ਪਾਉਂਦਾ ਹੈ। ਹਕੀਕਤ ਇਹ ਕਿ ਜਿਸ ਚੀਜ਼ ਨੂੰ, ਜਿਸ ਗੁਣ ਨੂੰ, ਜਿਸ ਪਦਾਰਥ ਨੂੰ, ਜਿਸ ਵੀ ਵਸਤੂ ਨੂੰ ਲੈ ਕੇ ਰੱਬ ਦੀ ਯਾਦ ਵਾਲਾ ਪਾਸਾ ਬਿਲਕੁਲ ਢਿੱਲਾ ਪੈ ਜਾਏ, ਉਦਣ ਬੰਦੇ ਨੂੰ ਸਮਝ ਲੈਣਾ ਚਾਹੀਦਾ ਮੈਨੂੰ ਮਾਇਆ ਵਿਆਪ ਗਈ ਹੈ। ਫਿਰ ਮੈਂ ਬੇਨਤੀ ਕਰਾਂਗਾ, ਉਹਦਾ ਰੂਪ ਕੋਈ ਵੀ ਹੋ ਸਕਦਾ ਹੈ। ਉਹ ਪੁੱਤਰ ਦਾ ਰੂਪ ਹੋ ਸਕਦੀ ਹੈ ਮਾਇਆ, ਉਹ ਇਸਤਰੀ ਦਾ ਰੂਪ ਹੋ ਸਕਦੀ ਹੈ, ਉਹ ਬੇਟੀ ਦਾ ਰੂਪ ਹੋ ਸਕਦੀ ਹੈ। ਸੱਚ ਇਹ ਵੀ ਉਹ ਧੜੇ ਦਾ ਰੂਪ ਹੋ ਸਕਦੀ ਹੈ, ਉਹ ਇੱਕ ਬਾਹਰਮੁਖੀ ਜੜ ਪਦਾਰਥਾਂ ਦਾ ਰੂਪ ਹੋ ਸਕਦੀ ਹੈ। ਜਿਸ ਚੀਜ਼ ਨੂੰ ਵੇਖ ਕੇ, ਜਿਸ ਗੁਣ ਨੂੰ ਵੇਖ ਕੇ, ਕੱਲਾ ਮੈਂ ਚੀਜ਼ ਸ਼ਬਦ ਨਾ ਵਰਤਾਂ। ਜੇ ਮੰਨ ਲਓ ਮੈਨੂੰ ਰੱਬ ਨੇ ਹੁਨਰ ਦਿੱਤਾ ਬੋਲਣ ਦਾ, ਹੁਨਰ ਮੈਂ ਸ਼ਬਦ ਵਰਤਾਂਗਾ, ਪੜ੍ਹਨ ਦਾ, ਲਿਖਣ ਦਾ, ਤੇ ਜੇ ਉਸ ਹੁਨਰ ਵਿੱਚੋਂ ਹੀ ਹਉਮੈ ਪੈਦਾ ਹੋ ਜਾਏ, ਮੈਂ ਬਹੁਤ ਕੁਝ ਜਾਂ ਰੱਬ ਨੂੰ ਵਿਸਾਰਦਿਆਂ ਚੇਤੇ ਰੱਖਿਓ ਕਥਾ ਵੀ ਮਾਇਆ ਬਣ ਜਾਂਦੀ ਹੈ। ਉਹ ਹੁਨਰ ਵਿੱਚੋਂ ਰੱਬ ਵਿਸਰ ਗਿਆ। ਗੁਰੂ ਸਾਹਿਬ ਨੇ ਸ਼ਬਦ ਵਰਤਿਆ ਅਨੇਕਾਂ ਰੰਗਾਂ ਦੀ, ਅਨੇਕਾਂ ਭਾਂਤਾਂ ਦੀ, ਤੇ ਅਸਲ 'ਚ ਮਾਇਆ ਦਾ ਸਭ ਤੋਂ ਵੱਧ ਸੰਬੰਧ ਸਾਡੀ ਸੁਰਤ ਨਾਲ ਹੈ। ਇਸੇ ਕਰਕੇ ਗੁਰੂ ਨੇ ਮਾਇਆ ਵਿੱਚ ਨਿਰਲੇਪ ਰਹਿਣ ਦੀ ਵਿਆਖਿਆ ਵੀ ਸੁਰਤ ਤੇ ਸ਼ਬਦ ਨਾਲ ਕੀਤੀ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ ਸਿੱਧ ਗੋਸ਼ਟ ਵਿੱਚ ਬਚਨ ਹੈ। ਹੁਣ ਉੱਥੇ ਤੁਸੀਂ ਦੇਖੋ, ਉੱਥੇ ਸੁਰ ਦੀ ਖੇਡ ਹੈ, ਉੱਥੇ ਬਾਹਰਮੁਖੀ ਦੌਲਤ ਨਹੀਂ। ਮਹਾਰਾਜ ਸ਼ਬਦ ਵਰਤਿਆ ਕਿ ਉੱਥੇ ਮੁਰਗਾਬੀ ਦੀ ਉਦਾਹਰਨ ਦਿੱਤੀ ਕਿ ਮੁਰਗਾਬੀ ਉੱਡ ਕੇ ਪਾਣੀ 'ਚ ਬੈਠਦੀ ਏ, ਪਾਣੀ 'ਚ ਤਰਦੀ ਏ, ਪਰ ਬਾਕੀ ਵੀ ਤਾਂ ਪੰਛੀ ਹੈ ਨਾ, ਉਹਦੇ ਖੰਭ ਕੋਈ ਵੱਖਰੇ ਨਹੀਂ। ਦੇਖੋ ਕਬੂਤਰ ਹੈ, ਉਹਦੇ ਖੰਭ ਨੇ, ਕਾਂ ਦੇ ਖੰਭ ਨੇ, ਬਾਕੀ ਕਈ ਉੱਡਣ ਵਾਲੇ ਪੰਛੀ ਨੇ, ਤੋਤੇ ਦੇ ਖੰਭ ਨੇ। ਪਰ ਜੇ ਕਹੀਏ ਵੀ ਮੁਰਗਾਬੀ ਦੀ ਇਸ ਕਰਕੇ ਤੁਲਨਾ ਕੀਤੀ
क्योंकि ਉਹਦੇ पंख ने ਉਹਦੇ खंभ ने, खंभ ਤੇ ਦੂਜਿਆਂ ਦੇ ਵੀ ਨੇ, ਪਰ ਮੁਰਗਾਬੀ ਨੂੰ ਰੱਬ ਨੇ ਇੰਨੀ ਕੁ ਸੋਝੀ ਦਿੱਤੀ, ਉਹਦੇ ਜੀਵਨ ਦੀ ਘਾੜ ਤੇ ਇਹੋ ਜਿਹੀ ਬਣਾਈ, ਜਾਂ ਇਉਂ ਕਹਿ ਲਓ ਉਹਨੂੰ ਇਹੋ ਜਿਹਾ ਰੱਬ ਨੇ ਢੰਗ ਦੇ ਦਿੱਤਾ, ਪਾਣੀ 'ਚ ਬੈਠਦੀ ਏ, ਪਾਣੀ 'ਚ ਉੱਡਦੀ ਏ, ਜਿੰਨਾ ਮਰਜੀ ਪਾਣੀ ਚੜਿਆ ਹੋਵੇ। ਇਹ ਦੋ ਉਦਾਹਰਨਾਂ ਮਾਰੇ, ਇੱਕ ਕਮਲ ਦਾ ਫੁੱਲ, ਇੱਕ ਮੁਰਗਾਬੀ, ਇਹੀ ਦਿੱਤਾ ਹੈ ਨਾ ਜੀ। जैसे जल में कमल निराल मुरगाई नैसाणै, सुरत शब्द भव सागर तरिए नानक नाम वखाणे। मैं उस दिन आप जी नूं कहा सी कि पानी भावें 15 फुट चढ़ जाए, मुरगाबी नूं की परवाह, 50 फुट पानी चढ़ जाए, मुरगाबी नूं कोई कल कहे भी जिथे तू तरनी उत्थे तां पानी 50 फुट चढ़ गया, वो कहेगी मेरे लो भावें 100 फुट चढ़ जाए, मैनू रब ने हुनर दिता, मैं फुट ते भी तर सकदी हाँ, तो मैं 100 फुट ते भी तर सकदी हाँ, मेरे ते कोई असर नहीं। कमल का फुल बिल्कुल इस तरह है, पानी चढ़ी जाए वो उच्चा उठी जाएगा। सच ए वे गुरु साहब ने बख्शिश की, एडे कमाल का प्रमाण ही लिया कि पानी वधी जाए, मुरगाबी का गुण कभी खत्म नहीं होना, फुट ते भी तरेगी, 100 फुट ते भी तरेगी। कमल का फुल भी जिन्ना पानी वधेगा उन्ना उच्चा उठेगा। गुरु ने कहा जिहड़ा सुरत शब्द का अभ्यासी है, वो झौंपड़ी विच रह के भी माया नहीं व्यापदी, ते सुर शब्द का अभ्यासी जे सारी सृष्टि का राजा भी बन जाए, माया फिर भी नहीं व्यापदी, क्योंकि जो वधेगी वो नरलेप, नरलेपता है ही ऐसा गुण। गुरु साहब ने शब्द वरतिया, पर दूजे नहीं नरलेप रह सकते, वो भिज जाते आ। महाराज शब्द वरतिया कि जैसे जल में कमल निराल मुरगाई निशाने, सुरत शब्द भव सागर तरिए नानक नाम वखाणे। आओ बाणी चो असीं देखना है माया। आनंद साहिब का पाठ आप रोज़ करने, मैनू पता नहीं, क्योंकि सब तो ज़्यादा जोर गुरु घरां च कहो किते कहो कि इनू व्याप गई है। तो मैं आप जी नूं एक बार कहा सी, कई बारी जेड़े बंदे अपनी जिंदगी विच सफल नहीं हुंदे, आलसी बंदे, वो अपने तो अगे करते कोई तरक्की जेड़े इंसान ने, उन्हां लई भी शब्द वरतदे ने, छड्डो जी इनू तां माया ने खा लिया है, ये माया का कीड़ा है। ਇਹਦਾ मतलब ये नहीं कि ਜਿਹੜਾ कह रहे हो ब्रह्म ज्ञानी बन गया, ਉਹਨੂੰ अवसर नहीं मिले अजे। गुरु साहब ਨੂੰ ਪੁੱਛੀਏ माया, देखो बच्चे ਨੂੰ पहचान नहीं माया ਦੀ। गुरु ग्रंथ साहब की बाणी मुताबक, गुरु अमरदास जी मुताबक अज महाराज जी का ज्योति जोत समावन दिवस है। इस मुल्क के अनुसार महाराज ने आनंद साहब च एक शब्द वरतिया, जैसी अग्न उदर में तैसी बाहर माया। पेट विच भी माया हुंदी है। गुरु साहब ने इत्थे शब्द अग्न वरतिया, इनू ध्यान दिया जी। जैसी अग्न उदर में तैसी बाहर माया। मां दे पेट की अग नाल माया की तुलना कर दी जी। इत्थे भी उदाहरण नमस्कार सतगुरु नूं। जैसी अग्न उदर में तैसी बाहर माया, ये नहीं शब्द वरत्या बाहर बलदी कोई चुल वाली माया, बाल चुल च अग बलदी उहदे वर्गी माया। ये नहीं शब्द वरत्या बाहर खेतां च लगी कोई अग वर्गी माया। ये क्यों कहा कि जैसी अग्न उदर में तैसी बाहर माया? उहदे विच एक रमज है। बाहर दी अग बंदा हथ पाए अग साड़ेगी, पर सच एवे मां दे पेट दी अग विच बंदा है ते जिन्नी मर्जी अग ज़्यादा होवे, हकीकत एवे गुरु ग्रंथ साहिब कहंदे ने मां दे उदर दी अग च जदों इहदे अंदर सिमरन चलदा है, नाम चलदा है, वो अग इहदा वाल भी विंगा नहीं कर सकती, एक रोम भी नहीं फूकदी। इहदा मतलब जिवें मां दे उदर विच अग है, सिमरन होवे वो अग नहीं फूकदी। बाहर माया दी अग वजे, अंदर सिमरन होवे ते माया भी तेरा कुछ नहीं बिगाड़ सकती। ये उधर की माया नाल तुलना, अग नाल तुलना दी। गुरु साहब ने शब्द वरत्या जैसी अगन उधर में तैसी बाहर माया। माया अगन सब इको जेही करता है खेल चा। वेखो मैं कई बार सोचना, असी किसी को कह देंगे छड्डो ये माया ने ठग लिया जी, बंदा बड़ा निकम्मा। गुरु साहब इत्थों तक साडी सुरत नूं कदी मैलिया नहीं होण दिंदे। वो माया च खचत नूं भी कहिंदे ने, वो भलिया कुर्बान किया तिसै विटो जिन मोह मीठा लाया। इनू भी तो किसी ने मिठा मूँह च पाया तां ही तुरया फिरदा ना। वो इस करके भी फिर वैगुरू वाले पासे लै जांदे। आप देखो
ਇਹ ਪਾਠ ਜਦੋਂ ਕਰਦੇ ਹੋ, ਮੈਂ ਇੱਕ ਦਿਨ ਕਿਹਾ ਮਨਮੁਖ ਦਾ ਸ਼ਬਦ ਆਵੇ, ਸਾਕਤ ਦਾ ਆਵੇ, ਆਪਾਂ ਗੁੱਸੇ 'ਚ ਭਰ ਜਾਂਦੇ ਹਾਂ। ਪਰ ਗੁਰੂ ਸਾਹਿਬ ਸਾਕਤ ਦੀ ਗੱਲ ਕਰਦਿਆਂ ਵੀ ਅੰਤਲੀਆਂ ਤੁਕਾਂ ਵੀ ਸਾਡੀ ਸੁਰਤ ਨੂੰ ਕਦੀ ਨੀਵਾਂ ਡਿੱਗਣ ਨਹੀਂ ਦਿੰਦੇ। ਇੱਕ ਸ਼ਬਦ ਸੀ ਮਹਾਰਾਜ ਜੀ ਦਾ, ਭਗਤ ਜੀ ਦਾ, ਥੋੜਾ ਜਿਹਾ ਵਿਸ਼ੇ ਤੋਂ ਹਟ ਕੇ। ਆਪ ਜਦੋਂ ਵੀ ਪਾਠ ਕਰੋਗੇ, ਭਾਵੇਂ ਸਾਕਤ ਲਈ ਬੜੇ ਮਨਮੁਖ ਲਈ ਸ਼ਬਦ, ਬੇਮੁਖ ਲਈ ਸ਼ਬਦ, ਨਾਮ ਵਿਖਾਉਣੇ ਲਈ ਸ਼ਬਦ, ਪਰ ਅੰਤ ਗੁਰੂ ਸਾਹਿਬ ਸੁਰਤ ਨੂੰ ਫਿਰ ਚੁੱਕ ਕੇ ਲੈ ਜਾਣਗੇ। ਨਾ ਕਿਤੇ ਇਹਦੀ ਗੱਲ ਕਰਦਿਆਂ ਕਰਦਿਆਂ ਤੇਰੀ ਸੁਰਤ ਨਾ ਮੈਲੀ ਹੋਣੀ ਸ਼ੁਰੂ ਹੋ ਜਾਏ। ਇੱਕ ਬਚਨ ਹੈ, ਕਹਾਂ ਸਵਾਨ ਕੋ ਸਿਮਰਤ ਸੁਨਾਏ, ਕਬੀਰ ਜੀ ਦਾ, ਕਹਿ ਸਾਕਤ ਪੈ ਹਰ ਗੁਣ ਗਾਏ। ਸਵਾਨ ਨੂੰ, ਕੁੱਤੇ ਨੂੰ ਸਿਮਰਤੀਆਂ ਸੁਣਾ ਲੈ ਤੇ ਸਾਕਤ ਬੰਦੇ ਕੋਲ ਕੀਰਤਨ ਕਰ ਲੈ, ਇੱਕੋ ਜੀ ਗੱਲ ਹੈ। ਉਹਦੇ ਕੋਲ ਗੁਣ ਕੀ ਗਾਏਗਾ? ਕਹਾਂ ਸਵਾਨ ਕੋ ਸਿਮਰਤ ਸੁਨਾਏ, ਕਹਿ ਸਾਕਤ ਪੈ ਹਰ ਗੁਣ ਗਾਏ। ਰਾਮ ਰਾਮ ਰਮੈ ਰਮ ਰਹੀ ਹੈ, ਸਾਕਤ ਸਿਉ ਭੂਲ ਨਹੀਂ ਕਹੀ ਹੈ। ਕੌਆ ਕਹਾਂ ਕਪੂਰ ਚਰਾਏ, ਕਹਿ ਬਿਸ਼ਰ ਕੋ ਦੂਧ ਪਿਆਏ। ਉਹਦੇ ਵਿੱਚ ਇੱਕ ਬਚਨ ਹੁੰਦਾ, ਅੰਮ੍ਰਿਤ ਲੈ ਲੈ ਨੀਮ ਸੰਚਾਈ। ਸੱਪ ਨੂੰ ਦੁੱਧ ਪਿਆ ਤੇ ਨਿੰਮ ਦੀਆਂ ਜੜ੍ਹਾਂ 'ਚ ਰੋਜ਼ ਸ਼ੱਕਰ ਘੋਲ ਕੇ ਸ਼ਰਬਤ ਪਾਈ ਜਾ, ਅੰਮ੍ਰਿਤ ਦਾ ਰਤ ਉੱਤੇ ਮਿੱਠਾ ਕਰਾਂਗੇ। ਅੰਮ੍ਰਿਤ ਲੈ ਲੈ ਨੀਮ ਸੰਚਾਈ, ਉਹਦਾ ਜਿਹੜਾ ਸੁਭਾਅ ਉਹ ਛੱਡ ਜਾਏਗਾ। ਪਰ ਉੱਥੇ ਅਖੀਰ ਤੇ ਮਹਾਰਾਜ ਨੇ ਇੱਕ ਬਚਨ ਕਿਹਾ ਜੀ, ਸਾਕਤ ਸੁਆਨ ਸਭ ਕਰੈ ਕਰਾਇਆ। ਫਿਰ ਵੇਖੋ, ਸੁਰਤ ਨੂੰ ਜ਼ਿਕਰ ਕੀਤਾ ਵੀ ਆ ਕੁਝ ਕਹਿ, ਪਰ ਸੁਰਤ ਨਹੀਂ ਮੈਲੀ ਖੂਨ ਦਿੱਤੀ। ਮੈਂ ਆਪ ਜੀ ਨੂੰ ਜੋ ਬੇਨਤੀ ਕਰ ਲੱਗਾ ਕਿ ਮਾਂ ਦੇ ਉਦਰ ਦੀ ਅੱਗ ਨਾਲ ਬਾਹਰ ਦੀ ਮਾਇਆ ਨੂੰ ਤੁਲਨਾ ਦਿੱਤੀ। ਇਹੀ ਕਾਰਨ ਕਿ ਇੱਕ ਥਾਂ ਹੋਰ ਮਹਾਰਾਜ ਕਹਿੰਦੇ ਆ ਸੋਰਠ ਰਾਗ 'ਚ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈ ਤੁਮ ਰਾਖਣ ਖਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਖਾਰੇ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਭਰਿਆ ਸ਼ਬਦ ਕਿਹਾ ਕਿ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਅੱਗੇ ਮਹਾਰਾਜ ਕਹਿੰਦੇ ਨੇ, ਫਿਰ ਮਾਇਆ, ਕਦੀ ਦੁੱਧ ਚੁੰਗਦੇ ਨਿਆਣੇ ਨੂੰ ਵੀ ਕਹਾਂਗੇ ਮਾਇਆ 'ਚ ਠੱਗਿਆ ਗਿਆ? ਕਿਸੇ ਨੇ ਕਿਹਾ। ਉਹਨੂੰ ਕਹਿਣਗੇ ਜਿਹੜਾ ਜਵਾਨ ਹੋ ਗਿਆ, ਜਿਹਨੂੰ ਪਹਿਚਾਣ ਹੈ ਕਰੰਸੀ ਦੀ। ਪਰ ਗੁਰੂ ਅਮਰਦਾਸ ਬਚਨ ਕਰ ਰਿਹਾ ਕਿ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ। ਅਮਰ, ਇੱਥੇ ਅਮਰ ਦਾ ਲਫ਼ਜ਼ੀ ਅਰਥ ਹੁਕਮ ਹੈ। ਮਾਇਆ ਨੇ ਆਪਣਾ ਹੁਕਮ ਵਰਤਾ ਦਿੱਤਾ, ਮਾਇਆ ਹੁਕਮ ਵਰਤਾਇਆ। ਤੇ ਅੱਗੇ ਸਤਿਗੁਰੂ ਹੈ ਕਿ ਕਹਿਣ ਲੱਗੇ, ਇਹ ਮਾਇਆ ਜਿਤ ਹਰ ਵੀਸਰੈ। ਆਹ ਹੈ ਗੁਰਬਾਣੀ ਵਿੱਚ ਮਾਇਆ ਦੀ ਪਰਿਭਾਸ਼ਾ। ਬੱਚੇ ਦੀ ਗੱਲ ਕੀਤੀ, ਦੁੱਧ ਚੁੰਗਦੇ ਬੱਚੇ ਨੂੰ ਮਾਇਆ ਨੇ ਭਰਮਾ ਲਿਆ। ਇਹਨੂੰ ਤੁਸੀਂ ਬਾਣੀ 'ਚ ਪੜੋਗੇ, ਦੂਜੇ ਪੈਰੈ ਰਹਿਣ ਕੈ ਵਣਜਾਰਿਆ, ਮਿੱਤਰਾ ਵਿਸਰ ਗਿਆ ਧਿਆਨ। ਸਤਿਗੁਰੂ ਸ਼ਬਦ ਵਰਤ ਰਿਹਾ, ਇਹ ਮਾਇਆ ਜਿਤ ਹਰ ਵੀਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਪਰ ਨਾਲ ਫਿਰ ਹੋਰ ਕਿਰਪਾ ਕੀਤੀ ਉਹਨੇ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਸ਼ਬਦ ਵਰਤਿਆ। ਨਾਲ ਕਹਿੰਦੇ ਨੇ, ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ। ਮਾਇਆ ਦੀ ਪਰਿਭਾਸ਼ਾ ਵੀ ਦੱਸ ਦਿੱਤੀ ਉਹਨੇ, ਮਾਇਆ ਹੈ ਕਿ ਉਹ ਵੀ ਦੱਸ ਦਿੱਤਾ। ਨਾਲ ਇਹ ਵੀ ਸ਼ਬਦ ਵਰਤਿਆ ਕਿ ਜਿਨ੍ਹਾਂ ਉੱਤੇ ਗੁਰੂ ਦੀ ਬਖਸ਼ਿਸ਼ ਹੋ ਜਾਏ। ਸੱਚ ਇਹ ਵੇ ਕਿ ਉਹ ਗੁਰੂ ਦੀ ਕਿਰਪਾ ਲੈ ਕੇ ਮਾਇਆ ਵਿੱਚ ਵੀ ਸੁਰਤ ਜੁੜ ਜਾਏ, ਲਿਵ ਜੁੜ ਜਾਏ, ਉਹ ਮਾਇਆ ਵਿੱਚ ਬੈਠੇ ਵੀ ਰੱਬ ਨੂੰ ਪਾ ਜਾਂਦੇ ਆ। ਗੁਰੂ ਸਾਹਿਬ ਨੇ ਬਾਣੀ 'ਚ ਬਚਨ ਕੀਤੇ, ਜਿਹੜੀ ਬੇਨਤੀ ਕਰਾਂਗਾ ਕਿ ਇੱਕ ਪਾਸਾ ਇਹਦਾ ਵੀ ਇਹ ਤੋਂ ਬਿਨਾਂ ਸਰਦਾ ਕੋਈ ਨਹੀਂ। ਕਬੀਰ ਸਾਹਿਬ ਨੇ ਸਭ ਤੋਂ ਵੱਧ ਇਹਦੇ ਲਈ ਸ਼ਬਦ ਵਰਤੇ ਆ, ਨਾਗਣੀ, ਡੈਣ, ਸਰਪਣੀ, ਕਪਟਣ, ਨੱਕ ਕਟੀ, ਸਾਰੇ ਸ਼ਬਦ ਵਰਤੇ। ਨਾਕੋ ਕਾਟੀ, ਕਾਨੋ ਕਾਟੀ, ਕਾਟ ਕੂਟ ਕੈ ਡਾਰੀ, ਕਹਿ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਉਹਦੇ ਉਸ ਪਾਠ ਵਿੱਚ ਇਕਤ ਪੱਤਰ ਭਰ ਉਰਕਟ ਕੁਰਕਟ, ਇਕਤ ਪੱਤਰ ਭਰ ਬਾਨੀ, ਆਸ ਪਾਸ ਪੰਚ ਜੋਗੀਆ ਬੈਠੇ ਬੀਚ ਨਕਟ ਦੇ ਰਾਨੀ। ਨਕਟੀ ਕੋ ਠਨਗਨ ਬਾਡਾ ਡੂ, ਕਿਨਾ ਬਬੇਕੀ ਕਾਟੀ ਤੋਂ। ਉੱਥੇ ਨੱਕ ਕੱਟੀ ਕਿਹਾ, ਸ਼ਬਦ ਬੜੇ ਵਰਤੇ। ਪਰ ਗੁਰਮੁਖੋ, ਜਦੋਂ ਘਰ ਚੱਲਣ ਦੀ ਗੱਲ ਕਹੀ, ਉਹਨਾਂ ਦਾ ਸ਼ਬਦ ਇੱਕ, ਗ੍ਰਹਿ ਸ਼ੋਭਾ ਜਾ ਕੇ ਰੇ ਨਾਹੇ, ਆਵਤ ਪਈਆ ਖੋਦੇ ਜਾਹੇ। ਕਹਿੰਦੇ ਨੱਕ ਕੱਟੀ, ਕੰਨ ਕੱਟੀ, ਸਭ ਕੁਝ ਵਰਤਿਆ,
ਗ੍ਰਹਿ ਸ਼ੋਭਾਦਰ ਤੇ ਲక్ష్ਮੀ। ਜਿਹਦੇ ਘਰ ਵਿੱਚ ਦੌਲਤ ਕੋਈ ਨਹੀਂ, ਕਬੀਰ ਸਾਹਿਬ ਕਹਿੰਦੇ ਆ ਰੱਬਾ ਉਹਦੇ ਘਰ ਤਾਂ ਆਏ ਕੋਈ ਮਹਿਮਾਨ ਵਿਚਾਰੇ ਨੂੰ ਰੋਟੀ ਵੀ ਨਹੀਂ ਮਿਲਦੀ। ਇਹਦੀ ਮਹੱਤਤਾ ਵੀ ਦਰਸਾਈ। ਪਰ ਜਿੱਥੇ ਲੋੜ ਪਈ ਉਹਨਾਂ ਨੇ ਸੱਚ ਇਹ ਉਹਨਾਂ ਪਰਮਾਤਮਾ ਤੋਂ ਮੰਗਿਆ ਜੀ। ਕੋਈ ਰੰਚਕ ਮਾਤਰ ਆਪ ਜੀ ਨੂੰ ਅਰਜ਼ ਕਰਾਂ, ਮੈਨੂੰ ਪਤਾ ਇਸ ਬਾਰੇ ਕਿਹਾ ਜਾਂਦਾ, ਦੇਖੋ ਜੀ ਜਦੋਂ ਭਗਤ ਬਾਣੀ ਦੇ ਵਿਰੋਧੀ ਸਨ ਨਾ ਜਿਹੜੇ, ਉਹ ਇਹ ਗੱਲ ਬੜੀ ਚੁੱਕਦੇ ਸਨ, ਉਹ ਜੀ ਆਟਾ ਮੰਗਦੇ ਪਏ, ਉਹ ਜੀ ਲੂਣ ਮੰਗਦੇ ਪਿਆ, ਘਿਓ ਮੰਗਦੇ ਪਿਆ। ਤੇ ਮੈਂ ਇੱਕ ਬੇਨਤੀ ਕਰਾਂ ਕਿ ਸਵਾਰਥੀ ਬੰਦਾ ਅਰਬਾਂ ਮੰਗਦਾ ਹੈ, ਜਿਹੜਾ ਆਪਣੇ ਆਪ ਨੂੰ ਸਮਰਪਿਤ ਕਰਦੇ ਉਹ ਪੈਰਾਂ ਦੀ ਜੁੱਤੀ ਦਾ ਮਥਾਜ ਵੀ ਕਿਸੇ ਦਾ ਨਹੀਂ ਹੁੰਦਾ। ਉਹ ਕਹਿੰਦਾ ਵੀ ਤੇਰੇ ਤੋਂ ਮੰਗਾਂਗਾ। ਜਿਹੜਾ ਪਾਠ ਕਰਨੇ ਭੁੱਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ। ਹਉ ਮੰਗੂ ਸੰਤਨ ਰੇਨਾ, ਮੈਂ ਨਾ ਹੀ ਕਿसी का ਦੇਣਾ। ਦੋਏ ਸਿਰ ਮੰਗੂ ਚੂਨਾ। ਮੈਨੂੰ ਦੱਸੋ, ਦੋ ਸਿਰ ਜਿਹੜਾ ਬੰਦੇ ਦੇ ਘਰ ਦੋ ਜੀ ਨੇ, ਲਾਲਚੀ ਬਿਰਤੀ ਏ, ਉਹ 2 ਕਿਲੋ ਆਟਾ ਥੋੜਾ ਮੰਗਦਾ, ਉਹ ਤੇ ਕਹੇਗਾ ਸਾਰੇ ਸ਼ਹਿਰ ਦੀ ਕਣਕ ਹੀ ਮੇਰੇ ਘਰ ਆ ਜਾ। ਘਰ 'ਚ ਜੀ ਕਿੰਨੇ ਨੇ? ਕਮਾਲਾ ਹੈ, ਕਮਾਲੀ ਹੈ, ਲੋਈ ਹੈ, ਸਾਰਾ ਪਰਿਵਾਰ ਇਕੱਠਾ ਹੈ। ਮੈਂ ਕਹਿੰਦਾ ਇੰਨਾ ਸਬਰ ਵਾਲਾ ਮਾਇਆ 'ਚ ਨਿਰਲੇਪ ਭਗਤ ਕਹਿੰਦਾ ਵੀ ਇੱਕ ਦਿਨ 'ਚ 2 ਕਿਲੋ 2 ਸਿਰ ਆਟੇ ਨਾਲ ਸਾਡਾ ਸਰ ਜਾਏਗਾ। ਦੋਏ ਸਿਰ ਮੰਗੂ ਚੂਨਾ। ਅਗਲਾ ਸ਼ਬਦ ਪਾਓ। ਪਾਓ ਦਾ ਅਰਥ 250 ਗ੍ਰਾਮ, ਕਿਉਂਕਿ ਪਾਓ ਦਾ ਅਰਥ ਇੱਥੇ ਪਾਣਾ ਨਹੀਂ, ਇੱਥੇ ਪਾਓ ਦਾ ਅਰਥ ਪਾਈਆ। 2 ਸਿਰ ਆਟਾ, 1 ਪਾਈਆ ਰੋਜ਼ ਦਾ ਘਿਓ। ਦੋਏ ਸਿਰ ਮੰਗੂ ਚੂਨਾ, ਪਾਓ ਘਿਓ ਸੰਗ ਲੂਣਾ, ਅੱਧ ਸਿਰ ਮੰਗੂ ਦਾਲੇ। ਬਿਲਕੁਲ ਉਹਨੇ ਕਿਹਾ ਸਾਰੇ ਛੋਲਿਆਂ ਦੀ ਦਾਲ ਮੇਰੇ ਘਰ ਹੀ ਆ ਜਾਏ। ਮੈਂ ਇਸ ਕਰਕੇ ਬੇਨਤੀ ਕਰ ਲਗਾ ਉਹਨਾਂ ਦੇ ਸ਼ਬਦ ਨੂੰ, ਉਹ ਜਿਹਨੂੰ ਮੁਹੱਬਤ ਕਰ ਰਿਹਾ ਉਹਦੇ ਕੋਲ ਆਪਣੀ ਵੇਦਨਾ ਕਹਿ ਰਿਹਾ, ਫਿਰ ਉਹ ਨਾਲ ਇਹ ਵੀ ਕਹਿ ਰਿਹਾ ਮੈਂ ਇਹ ਮੰਗਣਾ ਪਿਆ ਜੀਣ ਵਾਸਤੇ, ਖਾਣ ਲਈ, ਜੀਣ ਵਾਸਤੇ ਖਾਣਾ ਪੈਣਾ, ਤੇ ਮੈਂ ਜੀਣਾ ਇਸ ਕਰਕੇ ਨਹੀਂ ਕਿ ਮੈਂ ਇਸ ਦੇ ਖਾਣ ਦੇ ਰਸ ਨੂੰ ਭੋਗਣਾ, ਮੈਂ ਜੀਣਾ ਇਸ ਕਰਕੇ ਵੀ ਤੇਰੀ ਬੰਦਗੀ ਨਿਸ਼ਚਿੰਤ ਹੋ ਕੇ ਕਰ ਸਕਾਂ। ਆਪ ਪੜ੍ਹੋਗੇ ਇਸ ਪਾਠ ਸ਼ਬਦ ਨੂੰ। ਦੋਏ ਸਿਰ ਮੰਗੂ ਚੂਨਾ, ਪਾਓ ਘਿਓ ਸੰਗ ਲੂਣਾ, ਅੱਧ ਸਿਰ ਮੰਗੂ ਦਾਲੇ, ਮੋਕੋ ਦੋਨੋਂ ਵਕਤ ਜਵਾਲੇ। ਖਾਟ ਮੰਗੂ ਚੌਪਾਈ, ਖਾਟ ਮੰਜੀ ਜੀ 4 ਪਾਵੇਂ ਵਾਲੀ, ਸਿਰਹਾਨਾ ਅਵਰ ਤਲਾਈ। ਉੱਪਰ ਕੋ ਮੰਗੂ ਖੀਂਦਾ, ਉੱਤੇ ਖੇਸ ਦੇ ਦੀ ਤਨ ਢੱਕਣ ਲਈ। ਉੱਪਰ ਕੋ ਮੰਗੂ ਖੀਂਦਾ, ਤੇਰੀ ਭਗਤ ਗਰੋਂ ਜਨ ਥੀਂਦਾ। ਅੱਗੇ ਕਹਿੰਦੇ ਨੇ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ। ਜਿਹੜਾ ਕੱਲ ਪੜਿਆ ਸੀ ਨਾ, ਨਾਨਕ ਮਨ ਤਨ ਫੱਬ ਫੱਬੋ, ਮੇਰੇ ਲਈ ਨਾਮ ਹੀ ਸਭ ਕੁਛ ਹੈ। ਇਸ ਕਰਕੇ ਮੈਂ ਬੇਨਤੀ ਕਰਾਂਗਾ ਜੀ, ਇਸ ਤੋਂ ਬਿਨਾ ਕੋਈ ਗੁਜ਼ਾਰਾ ਵੀ ਨਹੀਂ। ਗੁਰੂ ਸਾਹਿਬ ਸਭ ਤੋਂ ਜ਼ਿਆਦਾ ਗੱਲ ਕਰਦੇ ਪਏ ਸੁਰਤ ਦੀ। ਮਹਾਰਾਜ ਕਹਿੰਦੇ ਆ ਕਿ ਜਦੋਂ ਸਾਡੀ ਸੁਰਤ ਵਿੱਚ ਸਿਰ ਮਾਇਆ ਦਾ ਚਿੰਤਨ ਚੱਲੇ, ਹਰ ਕੰਮ ਵਿੱਚ ਇੰਨਾ ਕੁਛ ਦਮ ਬਦਮ ਸਿਰਫ ਦੌਲਤ ਦਾ, ਸਵਾਸ ਦੌਲਤ ਦਾ, ਫਿਰ ਗੁਰੂ ਸਾਹਿਬ ਕਹਿੰਦੇ ਆ ਉਦੋਂ ਤਬਾਹੀ ਸ਼ੁਰੂ ਹੋ ਜਾਂਦੀ ਹੈ। ਉਹਦੀ ਬਖਸ਼ਿਸ਼ ਨਾਲ ਜੋ ਦਈ ਜਾਏ, ਉਹਦੀ ਕਿਰਪਾ ਨੂੰ ਨਵਾਜੀ, ਬਖਸ਼ਿਸ਼ ਨੂੰ, ਉਹਦੀ ਰਹਿਮਤ ਨਵਾਜੀ ਨੂੰ ਸਵੀਕਾਰ ਕਰੀ ਜਾ। ਗੁਰੂ ਸਾਹਿਬ ਨੇ ਇੱਥੇ ਉਹਨਾਂ ਲੋਕਾਂ ਪ੍ਰਤੀ ਇਹ ਸ਼ਬਦ ਕਿਹਾ ਜਿਨ੍ਹਾਂ ਦਾ ਝੁਕਾਓ ਮਾਇਆ ਵੱਲ ਹੈ, ਪਰ ਪਰਮਾਤਮਾ ਨਾਲ ਪ੍ਰੇਮ ਨਹੀਂ। ਸੁਰਤ ਟੁੱਟੀ ਵਾਲੇ ਲਈ ਆਈ ਵੀ ਮਾੜੀ, ਤੇ ਟੁੱਟੀ ਸੁਰਤ ਵਾਲੇ ਲਈ ਗਈ ਵੀ ਮਾੜੀ। ਫਿਰ ਸ਼ਬਦ ਸੁਣਿਓ, ਇਹ ਬਾਣੀ 'ਚ ਸ਼ਬਦ ਆਉਂਦਾ, ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੋ ਬੋਲੇ, ਦੇਖੈ ਦੇਖੈ ਸੁਣੈ ਬੋਲੇ, ਦੌਰਿਓ ਫਿਰਤ ਹੈ। ਆ ਅੱਗੇ ਟੁੱਟੀ ਸੁਰਤ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ। ਆ ਮਹਾਰਾਜ ਕਹਿ ਰਿਹਾ ਅੱਜ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਆਈ ਵੀ ਮੈਂ ਅਰਜ਼ ਕੀਤੀ, ਆਉਂਦੀ ਵੀ ਮਾਰਦੀ ਹੈ, ਜਾਂਦੀ ਵੀ ਮਾਰਦੀ ਹੈ। ਇੱਕ ਕੁੰਡਲੀਆ ਹੈ ਜੀ, ਕਈ ਸਾਲ ਪਹਿਲਾਂ ਮੈਂ ਸੁਣਾਇਆ ਸੀ, ਹਿੰਦੀ 'ਚ ਹੈ। ਉਹ ਇੱਕ ਅਦੀਬ ਲਿਖਦਾ ਹੈ ਕਿ ਮਾਇਆ ਕੇ ਦੋ दाव हैं, दाव आप 2 तरीके ਨਾਲ ਮਾਰਦੀ ਹੈ। माया के 2 दाव हैं, करे दोए जुत मार, आए तो बौराए नर, जाए करे खुवार, जाए करे खुवार, मरै नर चूर चूर के, आवे बड़ो अहंकार, तुरै नर कूर कूर के। फिर सुनियो, माया के 2 दाव हैं,
करे दोए जुतमार आए तो बौराए नर। ਜਦੋਂ ਹੁੰਦੀ ਬੰਦਾ ਹੰਕਾਰ 'ਚ ਕਮਲਾ ਹੋ ਜਾਂਦਾ ਜੀ, ਬੌਰਾਨਾ ਹੋ ਜਾਂਦਾ। ਆਏ ਤੋਂ ਬੌਰਾਏ ਨਰ ਜਾਏ ਕਰੇ ਖੁਆਰ। ਆਉਂਦੀ ਏ ਤੇ ਬੌਰਾ ਹੁੰਦਾ ਹੈ ਤੇ ਜਾਂਦੀ ਏ ਮੈਂਟਲੀ ਅਪਸੈਟ ਹੋ ਕੇ ਕਮਲਾ ਹੋ ਜਾਂਦਾ। ਸ਼ਦਾਈ ਦੋਨਾਂ ਪੱਖਾਂ ਤੋਂ ਹੋ ਜਾਂਦਾ, ਹੰਕਾਰ ਵਿੱਚ ਵੀ ਸ਼ਦਾਈ। ਆਵੇ ਤੋਂ ਆਏ ਤੋਂ ਬੌਰਾਏ ਨਰ ਜਾਏ ਕਰੇ ਖੁਆਰ। ਜਾਏ ਕਰੇ ਖੁਆਰ ਮਰੇ ਨਰ ਝੂਰ ਝੂਰ ਕੇ। ਸੱਚੀ ਮੁੱਚੀ ਅੰਦਰੋਂ ਪਰੇਸ਼ਾਨ ਹੋ ਜਾਂਦਾ ਹੈ। ਆਵੇ ਬੜੋ ਅਹੰਕਾਰ ਤੁਰੈ ਨਰ ਕੂਰ ਕੂਰ ਕੇ। ਬਿਨ ਬੂਝੇ ਦੋ ਕਾਰ ਸਾਰ ਸੰਤਨ ਫੁਰਮਾਇਆ। ਮੂਰਖ ਕੋ ਦੁਖ ਦੇਵਤਾ ਆਵਤੀ ਜਾਤੀ ਮਾਇਆ। ਇਹਨੂੰ ਬਾਬਾ ਜੀ ਨੇ ਸ਼ਬਦ ਵਰਤਿਆ ਕਿ ਅਸਲ 'ਚ ਜਦੋਂ ਆਉਂਦੀ ਇਹਦੇ ਵੱਖਰੇ ਨੇ ਤੇ ਰੱਬ ਦੇ ਰੰਗ ਨੇ ਜੀ। ਵਾਹਿਗੁਰੂ ਜੀ ਕਦੀ ਮਾਨ ਨਾ, ਵਾਹਿਗੁਰੂ ਸੱਚੇ ਪਾਤਸ਼ਾਹ ਬਚਾਈ, ਸਭ ਨੂੰ ਬਚਾਈ। ਕਦੀ ਉਹ ਦਿਨ ਵੀ ਵਿਖਾ ਦਿੰਦਾ ਹੈ ਜਿੱਦਣ ਬੰਦਾ ਕਹਿੰਦਾ ਹੈ ਮੈਨੂੰ ਆਹ ਖਾਣਾ ਪਸੰਦ ਨਹੀਂ, ਆਪਣੇ ਘਰ ਦੀਆਂ ਥਾਲੀਆਂ ਨੂੰ ਠੁੱਡੇ ਮਾਰਦਾ ਹੈ। ਕਦੀ ਰੱਬ ਉਹ ਵੀ ਦਿਨ ਵਿਖਾ ਦਿੰਦਾ ਕੂੜਿਆਂ ਉੱਤੇ ਬੈਠਾ ਲੋਕਾਂ ਦੀ ਜੂਠ ਚੁਣ ਚੁਣ ਕੇ ਖਾਂਦਾ ਹੈ। ਕਬਹੂ ਖਾਂਡ ਖੀਰ ਘਿਓ ਨਾ ਭਾਵੈ। ਕਦੀ ਇਹਨਾਂ ਨੂੰ ਵੀ ਚੰਗੇ ਨਹੀਂ ਸਮਝਦਾ, ਪਰ ਉਹਦੇ ਰੰਗ ਨੇ ਕਬਹੂ ਘਰ ਕਰ ਟੂਕ ਮੰਗਾਵੇ। ਫਿਰ ਜੇ ਟੁੱਕੜ ਵੀ ਨਾ ਮਿਲੇ ਕਬਹੂ ਕੂਰਨ ਚਨੇ ਬਿਨਾਵੇ। ਬਿੰਦਰ ਤੇ ਚੁਣਨਾ ਕਹਿੰਦੇ ਨੇ ਕਈ ਵਾਰੀ ਮੰਗਦਿਆਂ ਨੂੰ ਵੀ ਖੈਰ ਨਹੀਂ ਪੈਂਦੀ। ਵਾਹਿਗੁਰੂ ਇਹੋ ਜਿਹਾ ਦਿਨ ਵਿਖਾ ਦਿੰਦਾ ਬੰਦਾ ਕੂੜਿਆਂ ਉੱਤੋਂ ਦਾਣੇ ਚੁਣਦਾ ਹੁੰਦਾ ਹੈ। ਇਹੀ ਕਾਰਨ ਜਿਨ੍ਹਾਂ ਬੰਦਿਆਂ ਨੇ ਗਰੀਬੀ ਦੇਖੀ ਹੈ ਨਾ, ਮੇਰਾ ਖਿਆਲ ਉਹ ਛੇਤੀ ਭੁੱਲਦੇ ਨਹੀਂ। ਜਿਹੜੇ ਸਾਉਣ ਦੇ ਜੰਮ ਨੇ ਨਾ, ਯਾਦ ਰੱਖਿਓ, ਸਾਉਣ ਦਾ ਜੰਮ ਮਤਲਬ ਹਰਿਆਵਲ 'ਚ ਪੈਦਾ ਹੋਇਆ। ਉਹਨਾਂ ਨੂੰ ਕੀ ਪਤਾ ਹਾੜ ਦੀਆਂ ਲੂਆਂ ਬਾਪੂ ਨੇ ਕਿਹੜੀਆਂ ਦੇਖੀਆਂ। ਇਸ ਕਰਕੇ ਸਾਡੀ ਪੀੜ੍ਹੀ, ਖਿਮਾ ਕਰਿਓ, ਉਹ ਜੋ ਕੁਝ ਲੈ ਲੈਂਦੀ ਜੰਮਦਿਆਂ ਉਹ ਇਹ ਸਮਝਦੀ ਹੈ ਸਾਰਾ ਘਰ ਇਸੇ ਤਰ੍ਹਾਂ ਸੀ। ਅਤੇ ਜੇ ਉਹਨਾਂ ਨੂੰ ਕਿਤੇ ਸੱਚ ਇਹ ਵੇ, ਇਹ ਗੱਲ ਕਹਿਣ ਦਾ ਯਤਨ ਕਰੋ ਵੀ ਆਹ ਦੇਖੋ ਇਹ ਦਾਦੇ ਨੇ, ਪਿਓ ਨੇ, ਪੜਦਾਦੇ ਨੇ ਬੜੀ ਮਿਹਨਤ ਕੀਤੀ, ਉਹ ਬ੍ਰਹਮ ਗਿਆਨੀ ਬਣ ਕੇ ਨਾਲ ਹੀ ਪ੍ਰਮਾਣ ਛੱਡਦੇ ਤੁਹਾਡੇ ਕਰਮ ਤੁਹਾਡੇ ਨਾਲ, ਸਾਡੇ ਕਰਮ ਸਾਡੇ ਨਾਲ। ਇਸ ਲਈ ਅੱਗੋਂ ਉੱਤਰ ਦਿੰਦੇ ਆ। ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਗੁਰੂ ਸਾਹਿਬ ਇੱਥੇ ਸ਼ਬਦ ਵਰਤ ਰਿਹਾ, ਮੈਂ ਥੋੜ੍ਹਾ ਜਿਹਾ ਪੋਜ਼ਿਟਿਵ ਲਿਆ ਹੈ ਕਿ ਜਦੋਂ ਪਰਮਾਤਮਾ ਦਾ ਨਾਮ ਅੰਦਰੋਂ ਵਿਸਰ ਜਾਏ, ਪ੍ਰਭੂ ਦੇ ਪ੍ਰੇਮ ਨੂੰ ਨਹੀਂ ਜਾਣਦਾ, ਸਿਰ ਮਾਇਆ ਦੇ ਵਿੱਚ ਭੁੱਲਾ ਹੈ। ਅਤੇ ਜਿਹੜਾ ਮਾਇਆ ਵਿੱਚ ਰਹਿ ਕੇ ਵੀ ਪਰਮਾਤਮਾ ਦੇ ਪ੍ਰੇਮ ਨੂੰ ਜਾਣਦਾ ਹੈ, ਗੁਰਮੁਖੋ ਸੱਚ ਇਹ ਵੇ ਉਹ ਮੁਰਗਾਬੀ ਦੀ ਤਰ੍ਹਾਂ ਪ੍ਰਵਾਨ ਹੋ ਜਾਂਦਾ ਹੈ। ਇੱਕ ਸਿੱਖ ਮਹਾਰਾਜ ਜੀ ਦੇ ਹੋਏ ਸਨਮਾਨਯੋਗ ਇਹ ਭਾਈ ਬੰਨੋ ਜੀ। ਭਾਈ ਬੰਨੋ ਸਾਹਿਬ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਰੂਪ ਵਿੱਚ ਸ਼ਾਹੀ ਕਾਗਜ਼ ਤੇ ਕਲਮ ਦੀ ਸੇਵਾ ਕੀਤੀ। ਸਾਡਾ ਇਤਿਹਾਸ ਕਹਿੰਦਾ ਹੈ ਕਿ ਭਾਈ ਬੰਨੋ ਨੇ ਆਦ ਬੀੜ ਦੀ ਜਿਲਤ ਬਣਾਉਣ ਦੀ ਸੇਵਾ ਵੀ ਕੀਤੀ, ਇਹਨੇ ਇੱਕ ਉਤਾਰਾ ਵੀ ਕੀਤਾ। ਭਾਈ ਬੰਨੋ ਵਾਲੀ ਬੀੜ, ਉਹਨੂੰ ਖਾਰੀ ਬੀੜ ਕਿਹਾ ਜਾਂਦਾ ਹੈ, ਉਹ ਕਾਨਪੁਰ ਹੈ, ਇਹ ਯੂਪੀ ਵਿੱਚ। ਉਹ ਇੰਨਾ ਸਿੱਖ ਦਾ ਜੀਵਨ ਮੈਂ ਆਪ ਜੀ ਨੂੰ ਬੇਨਤੀ ਕਰ ਲੱਗਾ, ਜਿਸ ਦਿਨ ਹਰਮੰਦਰ ਸਾਹਿਬ ਬਣਿਆ ਤੇ ਉਸ ਦਿਨ ਪ੍ਰੋਹਤ ਆਏ, ਉਹਨਾਂ ਕਿਹਾ ਜੀ ਪਹਿਲੀ ਇਮਾਰਤ ਬਣੀ, ਪਹਿਲਾ ਜਿਹੜਾ ਤੁਸੀਂ ਲੰਗਰ ਲਾਇਆ ਤੇ ਇਹ ਸਾਡੀ ਥਾਲੀ ਬਣਦੀ ਹੈ, ਅਸੀਂ ਪ੍ਰੋਹਤ ਹਾਂ। ਮਹਾਰਾਜ ਜੀ ਨੇ ਅੱਗੋਂ ਪਤਾ ਉੱਤਰ ਕੀ ਦਿੱਤਾ, ਕਹਿਣ ਲੱਗੇ ਅਸੀਂ ਵੇਲੜ ਪ੍ਰੋਹਤਾਂ ਨੂੰ ਨਹੀਂ ਦਿੰਦੇ, ਹਮਰਾ ਪ੍ਰੋਹਤ ਭਾਈ ਬੰਨੋ ਸਭ ਸਿੱਖ ਸੰਗਤ ਸੰਤ ਕਰ ਮੰਨੋ। ਹਮਰਾ ਪ੍ਰੋਹਤ ਭਾਈ ਬੰਨੋ ਸਭ ਸਿੱਖ ਸੰਗਤ ਸੰਤ ਕਰ ਮੰਨੋ। ਇਹਨਾਂ ਦਾ ਆਪਣਾ ਵਪਾਰ ਘਿਓ ਦਾ ਸੀ, ਆਪ ਸਭ ਨੂੰ ਪਤਾ ਹੈ। ਮੈਂ ਸਿਰਫ ਦੋ ਕੁ ਬੇਨਤੀਆਂ ਸਾਖੀ ਮੈਂ ਆਪ ਸ਼ੁਰੂ ਕਰਨਾ, ਇਸ ਕਰਕੇ ਵੀ ਜੇ ਗੁਰਮੁਖ ਕਹਿੰਦੇ ਆ ਤਾਂ ਉਸ ਵਕਤ ਗੁਰਦੇਵ ਕੋਲ ਸਿੱਖ ਹੁੰਦਾ ਹੈ। ਤੇ ਆਹ ਪੌੜੀ ਦੀ ਕਥਾ ਜਦੋਂ ਚੱਲਦੀ ਏ, ਇਸ ਬਚਨ ਦੀ ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਸਗਲੀ ਗੰਤ ਮਿਟਾਵੇ। ਹਾਂਜੀ, ਗੁਰਮੁਖ ਵੈਰ ਵਿਰੋਧ ਗਵਾਵੇ। ਸਿੱਖ ਪੁੱਛਦੇ ਨੇ ਮਹਾਰਾਜ ਇਹ ਜੋ ਹੈ ਰੋਮ ਰੋਮ ਹਰ ਧਿਆਵੈ, ਇਹ ਕੋਈ ਅਵਸਥਾ ਹੈ? ਇਹ ਸੱਚ ਹੈ? ਕਿਤੇ ਐਵੇਂ ਤਖਯਲ ਤਾਂ ਨਹੀਂ, ਐਵੇਂ ਅਲੰਕਾਰ ਤਾਂ ਨਹੀਂ? ਮਹਾਰਾਜ ਕਹਿੰਦੇ ਨਹੀਂ, ਗੁਰਮੁਖ ਧਿਆਉਂਦਾ ਹੈ।
ਉਹ ਕਹਿੰਦੇ ਮਹਾਰਾਜ ਕੋਈ ਐਸਾ ਗੁਰਸਿੱਖ, ਤੇ ਮਹਾਰਾਜ ਕਹਿੰਦੇ ਨੇ ਭਾਈ ਬੰਨੂ ਕੋਲ ਚਲੇ ਜਾਓ। ਦੂਜਾ ਉਹ ਸਵਾਲ ਕਰਦੇ ਨੇ, ਧਿਆਉਣ ਵਾਲਾ ਘਰ-ਬਾਰੀ ਹੋ ਸਕਦਾ, ਇਹ ਗ੍ਰਸਤੀ ਹੋ ਸਕਦਾ? ਤੁਸੀਂ ਕਹਿੰਦੇ ਹੋ ਮਾਇਆ ਵਿੱਚ ਨਿਰਲੇਪ ਪੰਥ ਚਲਾਇਆ, ਤੇ ਐਸਾ ਹੋ ਸਕਦਾ? ਗੁਰੂ ਸਾਹਿਬ ਕਹਿੰਦੇ ਬਿਲਕੁਲ। ਰੋਮ ਰੋਮ ਵਾਲਾ ਵੀ ਉਹ ਤੇ ਨਿਰਲੇਪ ਵਾਲਾ ਵੀ ਉਹ, ਤੂੰ ਮੰਗੜ ਚਲਾ ਜਾ। ਭਾਈ ਸਾਹਿਬ ਕੋਲ ਜਾਂਦੇ ਆ, ਪਹਿਲਾ ਮਨ ਚ ਫੁਰਨਾ, 2 ਫੁਰਨੇ ਉਹਦੇ ਅੰਦਰ ਆਏ। ਦੁਕਾਨ ਤੇ ਬੈਠੇ, ਮੈਨੂੰ ਯਾਦ ਹੈ ਇਸ ਘਟਨਾ ਦਾ ਜ਼ਿਕਰ ਇਹ ਪ੍ਰਿੰਸੀਪਲ ਭਗਤ ਸਿੰਘ ਹੀਰਾ ਇੱਕ ਹੋਏ ਨੇ, ਉਹਨਾਂ ਨੇ ਜਪ ਪ੍ਰਵਚਨ ਜਪਜੀ ਸਾਹਿਬ ਦਾ ਬਹੁਤ ਸੋਹਣਾ ਟੀਕਾ ਕੀਤਾ ਸੀ ਜੀ, ਸ਼ਾਇਦ ਹੁਣ ਨਹੀਂ ਮਿਲਦਾ ਉਹ। ਉਸ ਵਿੱਚ ਉਹਨਾਂ ਨੇ 1 2 ਜੀਵੋ ਲੱਖ ਹੋਏ ਇਸ ਪੌੜੀ ਦੇ ਅਰਥ ਕਰਦਿਆਂ ਦੱਸਿਆ। 1 ਤੋਂ ਲੱਖਾਂ ਜੀਵ, ਲੱਖ ਤੋਂ 20 ਲੱਖ ਜੀਵ, ਤੇ 20 ਲੱਖ ਜੀਵ ਵਿੱਚੋਂ ਇੱਕ ਜੀਵ ਜਗਦੀਸ਼ ਵਾਹਿਗੁਰੂ ਵਾਹਿਗੁਰੂ ਜਪੇ ਤੇ ਤਾਂ ਰੱਬ ਦੇ ਘਰ ਦੀ ਪੌੜੀ ਚੜੀ ਜਾਂਦੀ ਹੈ। 1 2 ਜੀਵ ਹੋ ਲੱਖ ਹੋਵੇਂ, ਲੱਖ ਹੋਵੇਂ ਲਖਵੀਸ, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼, ਇਹ ਤਰਾਹ ਪਤ ਪਵੜੀਆਂ ਚੜੀਆਂ ਹੋਏ 21 ਇੱਕ ਮਿਕ। ਉੱਥੇ ਮਹਾਰਾਜ ਚਲੇ ਗਏ ਜੀ। ਭਾਈ ਬੰਨੋ ਘਿਓ ਦਾ ਕਾਰੋਬਾਰ ਸੀ। ਪਹਿਲਾ ਮਨ ਚ ਆਇਆ ਵੀ ਬੰਦਾ ਇੱਕ ਘਿਓ ਦੇ ਖਾਤਰ ਬੈਸੇ ਪਿਆ, ਥੋੜੀ ਜਿਹੀ ਘਿਓ ਲਈ ਪੈਸੇ ਘੱਟ ਲੈਣੇ ਨਹੀਂ, ਵੱਧ ਤੋਲਣਾ ਨਹੀਂ, ਮਤਲਬ ਇਨਸਾਫ ਕਰੇ। ਮਨ ਚ ਆਇਆ ਵੀ ਇਹ ਇੰਨੀ ਕੁ ਪਲੀ ਦੀ ਖਾਤਰ ਕਰੀ ਜਾਂਦਾ। ਫਿਰ ਅਗਲਾ ਹੈ ਵੀ ਰੋਮ ਰੋਮ ਚੱਲਦਾ ਹੋਵੇਗਾ। ਇਹਨੇ ਕਿਹਾ ਮਹਾਰਾਜ ਮੇਰਾ ਇੱਕ ਪ੍ਰਸ਼ਨ ਸੀ, ਤੇ ਗੁਰੂ ਸਾਹਿਬ ਦੇ ਤੁਹਾਡੇ ਗੋਚਰਾ ਮੈਨੂੰ ਭੇਜ ਦਿੱਤਾ। ਉਹ ਵੀ ਸਮਝ ਗਏ। ਉਹਨਾਂ ਨੇ ਗੱਲ ਕੀ ਕਹਿ ਲਗੇ, ਅੰਦਰ ਜਾਈ, 2 ਘੜੇ ਪਏ ਨਹੀਂ, ਮੂੰਹ ਨਹੀਂ ਖੋਲਣਾ, ਇੱਕ ਪਾਣੀ ਵਾਲਾ ਹੈ ਤੇ ਇੱਕ ਘਿਓ ਵਾਲਾ। ਫਟਾਫਟ ਲਿਆ, ਆਪਾਂ ਘਿਓ ਅੱਗੇ ਦੇਣਾ, ਬਾਕੀ ਤੇਰਾ ਉੱਤਰ ਫਿਰ ਦਿਆਂਗਾ। ਮੂੰਹ ਨਹੀਂ ਖੋਲਣਾ, ਪਰ ਚੁੱਕ ਕੇ ਘਿਓ ਵਾਲਾ ਲਿਆਈ। ਉਹ ਅੰਦਰ ਗਿਆ, ਉਹਨੇ ਜਾਂਦਿਆਂ ਸਾਰ ਘਿਓ ਵਾਲਾ ਘੜਾ ਪਹਿਚਾਨ ਲਿਆ, ਉਹ ਚੁੱਕ ਕੇ ਲੈ ਆਇਆ। ਭਾਈ ਬੰਨੂ ਨੇ ਕਿਹਾ ਖੋਲਿਆ ਤੇ ਨਹੀਂ? ਕਹਿੰਦਾ ਬਿਲਕੁਲ ਨਹੀਂ। ਕਹਿਣ ਲੱਗੇ ਫਿਰ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਇਹ ਘਿਓ ਵਾਲਾ ਘੜਾ ਹੈ, ਉੱਤੋਂ ਬੰਨਿਆ ਹੈ? ਉਹ ਕਹਿੰਦਾ ਭਾਈ ਸਾਹਿਬ ਆਹ ਦੇਖੋ ਨਾ, ਘਿਓ ਦੇ ਬਾਹਰ ਥਿੰਦਾ ਆ ਗਿਆ। ਕਹਿਣ ਲੱਗੇ ਇਹ ਕਿਉਂ ਬਾਹਰ ਆ ਗਿਆ? ਕਹਿਣ ਲੱਗੇ ਅੰਦਰੋਂ ਪੂਰਾ ਭਰ ਗਿਆ ਨਾ, ਤੇ ਭਰਨ ਕਰਕੇ ਜਿਹੜੇ ਇਹਦੇ ਸੁਰਾਖ ਨੇ ਅਦ੍ਰਿਸ਼ਟ, ਉਹਦੇ ਵਿੱਚ ਘਿਓ ਭਰਿਆ ਗਿਆ, ਇਹ ਬਾਹਰੋਂ ਥਿੰਦਾ ਆ ਗਿਆ। ਇਹਨੂੰ ਖੋਲਣ ਦੀ ਕੀ ਲੋੜ? ਅੰਦਰੋਂ ਭਰੇ ਦੀ ਨਿਸ਼ਾਨੀ ਬਾਹਰੋਂ ਦਿਸ ਪੈਂਦੀ ਹੈ, ਇਹ ਬਾਹਰ ਥੰਧਿਆਈ ਦੱਸਦੀ ਭਰਿਆ ਹੈ। ਭਾਈ ਸਾਹਿਬ ਨੇ ਹੱਸ ਕੇ ਕਿਆ ਕਹਿਣ ਲੱਗੇ, ਇਹ ਤਾਂ ਮਿੱਟੀ ਦਾ ਹੈ। ਮਿੱਟੇ ਦੇ ਘੜੇ ਵਿੱਚ ਰੋਜ਼ ਘਿਓ ਪੈਂਦਾ ਹੈ, ਉਹ ਘੜਿਆ ਭਰਿਆ ਜਾਏ ਤੇ ਉਹਦੀ ਥੰਧਿਆਈ ਬਾਹਰਲੇ ਪਾਸੇ ਆ ਜਾਂਦੀ ਹੈ। ਸਿੱਖਾਂ, ਜਿਹਨੂੰ ਗੁਰੂ ਕਿਰਪਾ ਕਰਕੇ ਰੋਜ਼ ਨਾਮ ਦੀ ਦਾਤ ਨਾਲ ਭਰਦਾ ਹੈ, ਉਹਦੇ ਰੋਮ ਰੋਮ ਵਿੱਚੋਂ ਨਾਮ ਬਾਹਰ ਆਉਂਦਾ ਹੈ, ਉਹਦੇ ਰੋਮ ਰੋਮ ਚ ਹੁੰਦਾ ਹੈ। ਦੇਖ ਤੇਰੇ ਸਾਹਮਣੇ ਪਾਣੀ ਵੀ ਸੀ, ਇਹਦੇ ਅਸਲ ਚ ਰਚ ਚੁੱਕਾ ਹੈ। ਅਗਲੀ ਗੱਲ ਕਹੀ, ਪਰ ਫਿਰ ਮੈਂ ਬੇਨਤੀ ਕਰਾਂਗਾ, ਇਹ ਸਿਰਫ ਉਹਨਾਂ ਲੋਕਾਂ ਲਈ ਜਿਹੜੇ ਸਪਿਰਿਚੁਅਲਿਟੀ ਤੇ ਭਰੋਸਾ ਰੱਖਦੇ ਆ, ਦੂਜੇ ਲਈ ਨਹੀਂ। ਕਹਿਣ ਲੱਗੀ ਤੂੰ ਲਾ ਕੇ ਕੰਨ ਦੇਖ, ਸੱਚ ਇਹ ਵੇ ਦੁਕਾਨ ਤੇ ਬੈਠਾ, ਕੱਪੜੇ ਘਿਓ ਨਾਲ ਥਿੰਦੇ, ਹਕੀਕਤ ਉਹਦੀ ਬੋਡੀ ਵਿੱਚੋਂ ਵਾਹਿਗੁਰੂ ਸ਼ਬਦ ਚੱਲਦਾ ਪਿਆ ਸੀ, ਅੰਦਰ ਨਾਮ ਚੱਲ ਰਿਹਾ ਸੀ। ਇੱਕ ਸ਼ੰਕਾ ਨਿਕਲ ਗਿਆ, ਫਿਰ ਭਰਮ ਜਿਹਾ ਪੈ ਗਿਆ ਵੀ ਨਾਮ ਵੀ ਚੱਲਦਾ ਹੈ ਤੇ ਇਹਦੇ ਕੋਲ ਬੈਠਿਆਂ ਵੀ ਸੰਤੁਸ਼ਟੀ ਜੀ ਹੋ ਜਾਂਦੀ ਹੈ। ਤੇ ਹੁਣ ਤਾਂ ਬਿਲਕੁਲ ਸਪਸ਼ਟ ਹੈ ਜੀ, ਜਿਹੜਾ ਆਉਣ ਵਾਲਾ ਸਮਾਂ ਆਏਗਾ, ਮੈਂ ਖਿਮਾ ਕਰਿਓ, ਕਿੰਨੇ ਕੁ ਦਿਨ ਤੱਕ ਆਪਾਂ ਲੋਕਾਂ ਨੂੰ ਇਮੋਸ਼ਨਲ ਕਰਕੇ ਭੜਕਾ ਕੇ ਤੁਰਾਂਗੇ। ਆਉਣ ਵਾਲੀ ਪੀੜ੍ਹੀ ਇੱਕ ਸਵਾਲ ਕਰੇਗੀ ਕਿ ਸਾਨੂੰ ਇਹ ਦੱਸੋ ਗੁਰੂ ਗ੍ਰੰਥ ਸਾਹਿਬ ਦੀ ਰੂਹਾਨੀਅਤ ਪ੍ਰਗਟ ਕਿੱਥੇ ਹੁੰਦੀ ਪਈ ਹੈ, ਕਿਉਂਕਿ ਸਦਾ ਕਲਪਨਾ ਨਹੀਂ ਚੱਲੇਗੀ। ਤੇ ਇੱਕ ਦਿਨ ਮੈਂ ਆਪ ਜੀ ਨੂੰ ਕਿਹਾ ਸੀ, ਨਿੰਦਿਆ ਦੀ ਵੋਕੈਬਲਰੀ ਬਿਲਕੁਲ ਥੋੜੀ ਹੁੰਦੀ ਹੈ। ਗਾਲਾਂ ਦੀ ਵੋਕੈਬਲਰੀ ਕੋਸ਼ ਮਿਲਿਆ ਜੀ ਕਦੀ? ਕਿਸੇ ਬੰਦੇ ਨੂੰ ਭੈੜੇ ਅਪਮਾਨਜਨਕ ਸ਼ਬਦ 2 ਬੋਲ ਲਓ, 4 ਬੋਲ ਲਓ, 5 ਬੋਲ ਲਓ, ਨਿੰਦਿਆ ਦੀ ਅਪਮਾਨ ਦੀ ਸ਼ਬਦਾਵਲੀ ਦਾ ਕੋਸ਼ ਬੜੀ ਛੇਤੀ ਮਰ ਜਾਂਦਾ ਹੈ। ਪਰ ਇੱਕੋ ਵਾਹਿਗੁਰੂ ਕਹੀ ਜਾਓ ਤੇ ਸਾਰੀ ਜ਼ਿੰਦਗੀ ਬੋਲੀ ਜਾਓ, ਇੱਕ ਸ਼ਬਦ ਦਾ ਕੋਸ਼ ਹੀ ਕਦੀ ਮੁੱਕਦਾ ਨਹੀਂ।
ਸਿਫਤ ਕਦੀ ਨਹੀਂ ਮੁੱਕਦੀ ਹੁੰਦੀ, ਨਿੰਦਿਆ ਮੁੱਕ ਜਾਂਦੀ ਹੈ, ਸੁਣਨ ਵਾਲਾ ਵੀ ਅੱਕ ਜਾਂਦਾ ਹੈ। ਮਨ ਚ ਆਇਆ ਵੀ ਇਹ ਤਾਂ ਠੀਕ, ਪਰ ਇਹ ਕਿਵੇਂ ਹੋਵੇਗਾ, ਇਹ ਨਿਰਲੇਪ ਕਿਵੇਂ ਵੇ, ਤੇ ਗੱਦੀ ਤੇ ਬੈਠੇ। ਉਹ ਭਾਈ ਸਾਹਿਬ ਨੂੰ ਕਹਿੰਦਾ ਮੈਂ ਰਾਤ ਰਵਾਂਗਾ, ਘਰ ਚੱਲੋ। ਭਾਈ ਸਾਹਿਬ ਘਰ ਗਏ। ਉਹਨਾਂ ਪੁੱਛਿਆ ਵੀ ਇਸ਼ਨਾਨ ਪਾਣ ਕਰੋਗੇ, ਤੁਸੀਂ ਆਏ ਹੋ ਸਾਰਾ ਦਿਨ ਸਬਰ ਕਰਕੇ। ਕਹਿਣ ਲੱਗਾ ਮੈਂ ਇਸ਼ਨਾਨ ਕਰਨਾ ਹੈ, ਪਰ ਮੈਂ ਕੋਸਾ ਸਮਝਦੇ ਥੋੜਾ ਗਰਮ, ਮੈਂ ਕੋਸੇ ਨਿੱਗੇ ਥੋੜੇ ਜਿਹੇ ਘਿਓ ਨੂੰ ਪਿਘਲਾਓ, ਮੈਂ ਘਿਓ ਨਾਲ ਇਸ਼ਨਾਨ ਕਰਨਾ, ਸਣ ਕੇਸ਼ੀ ਕਰਨਾ। ਇਹ ਇਸ ਕਰਕੇ ਟਣਕਾਣ ਲੱਗਾ ਸੀ ਵੀ ਇਹ ਤਾਂ ਪਲੀ ਦੀ ਖਾਤਰ ਲੜਦਾ ਸੀ, ਕਰੂਗਾ। ਉਹਨੇ ਕਿਹਾ ਬਿਲਕੁਲ ਜੀ। ਘਿਓ ਦੇ ਕੁੱਪੇ ਭਰੇ ਸਨ, ਨੌਕਰ ਨੂੰ ਕਿਹਾ ਪਾ ਕੜਾਈ 'ਚ ਵੀ ਸੇਕ ਦੇ, ਥੋੜਾ ਜਿਹਾ ਨਿੱਘਾ ਹੋ ਜਾਏ। ਉਹ ਵੇਖੀ ਗਿਆ। ਉਸਨੇ ਕੀ ਕੀਤਾ, ਜਦੋਂ ਕੜਾਈ 'ਚ ਪਹਿਲਾ ਕੁੱਪਾ ਨਿੱਘਾ ਹੋਇਆ, ਪਿਘਲਿਆ, ਉਹਨੇ ਕੁੱਪਾ ਭਾਂਡੇ 'ਚ ਪਾ ਕੇ ਜਿੱਥੇ ਇਸ਼ਨਾਨ ਕਰਨਾ ਸੀ ਖੁਰੇ ਵਿੱਚ, ਪਹਿਲਾਂ ਖੁਰਾ ਹੀ ਹੁੰਦਾ ਸੀ, ਖੁਰੇ ਵਾਲੀ ਥਾਂ ਤੇ ਫੱਟੀ ਪਈ, ਉਹਦੇ ਤੇ ਪੂਰਾ ਮਾਰਿਆ ਭਾਂਡਾ ਜੀ ਘਿਓ ਦਾ ਭਰਿਆ, ਫੱਟੀ ਧੋ ਦਿੱਤੀ। ਉਹ ਸਿੱਖ ਆ ਗਿਆ, ਕਹਿੰਦਾ ਨਾ ਨਾਗਾ ਨਾ ਡੋਲੀ। ਕਹਿੰਦਾ ਇਹ ਕਿਉਂ ਕੀਤਾ ਤੂੰ, ਇਹ ਪਾਣੀ ਦੀ ਤਰ੍ਹਾਂ ਸੱਟ ਦਿੱਤਾ। ਸਵਾਲ ਕਰਨ ਵਾਲਾ ਥਿੜਕ ਗਿਆ, ਉੱਤਰ ਦੇਣ ਵਾਲਾ ਕਹਿੰਦਾ ਚੇਤੇ ਰੱਖੀ, ਜੇ ਸਿੱਖ ਗੁਰੂ ਦੇ ਇਸ਼ਨਾਨ ਕਰਨਾ ਹੋਵੇ, ਘਿਓ ਨਾਲ ਇਸ਼ਨਾਨ ਕਰਨਾ ਹੋਵੇ, ਤੇ ਫੱਟੀ ਵੀ ਘਿਓ ਨਾਲ ਹੀ ਧੋਣੀ ਚਾਹੀਦੀ ਹੈ। ਪਾਣੀ ਨਾਲ ਕਿਉਂ ਧੋਵਾਂ, ਫੱਟੀ ਵੀ ਘਿਓ ਨਾਲ ਧੋਵਾਂਗਾ। ਉਹਨੇ ਹੱਥ ਜੋੜ ਕੇ ਕਹਿੰਦਾ ਮੈਨੂੰ ਗੁਰਮੁਖਾ ਬਖਸ਼ ਦੇਈ, ਉੱਥੇ ਦੁਕਾਨ ਤੇ ਤੂੰ ਕੀ ਕਰ ਰਿਹਾ ਸੈਂ? ਉਹ ਕਹਿੰਦਾ ਮੈਨੂੰ ਪਤਾ ਸੀ ਤੇਰੇ ਅੰਦਰ ਇਹ ਖਿਆਲ ਹੈ, ਦੁਕਾਨ ਤੇ ਨਾ ਮੈਂ ਘੱਟ ਤੋਲਣਾ, ਨਾ ਮੈਂ ਘੱਟ ਲੈਣਾ ਪੈਸੇ, ਪਰ ਉੱਥੇ ਮੇਰਾ ਧੰਦਾ ਹੈ, ਉੱਥੇ ਮੇਰੀ ਕਿਰਤ ਹੈ, ਮੈਂ ਲੋੜਵੰਦ ਦੀ ਮਦਦ ਕਰਨਾ। ਪਰ ਜਿੱਥੇ ਕਿਰਤ ਦੀ ਗੱਲ ਏ, ਮੈਂ ਪੂਰਾ ਤੋਲਣਾ, ਪੂਰਾ ਲੈਣਾ ਵਾ, ਪਰ ਜਿੱਥੇ ਧਰਮ ਦੀ ਗੱਲ ਆ ਜਾਏਗੀ, ਮੈਂ ਸਾਰਾ ਘਿਓ ਵੀ ਗਲੀ ਦੇ ਵਿੱਚ ਰੋੜ ਦਿਆਂਗਾ। ਜਿੱਥੇ ਗੁਰੂ ਦੀ ਗੱਲ ਆਏਗੀ, ਇਹ ਹੈ ਨਿਰਲੇਪ ਦਾ। ਬਾਬਾ ਜੀ ਨੇ ਇੱਕ ਪਾਸੇ ਕਿਹਾ ਆ ਜਿਹੜੇ ਘਰ ਨੇ ਸਾਰੇ ਡਿੱਗ ਪੈਣੇ ਨੇ, ਮਤਲਬ ਵੀ ਖਤਮ ਹੋ ਜਾਣੇ ਨੇ, ਇਹ ਕੁਛ ਵੀ ਨਹੀਂ। ਅਸੀਂ ਪੜ੍ਹਦੇ ਹਾਂ ਨਾ ਵੀ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਾਰ। ਦੂਜੇ ਪਾਸੇ ਕਹਿੰਦੇ ਨੇ ਤਿੰਨ ਕੇ ਘਰ ਮਹਿਲ ਸਰਾਈ ਸਭ ਪਵਿੱਤ ਹੈ, ਜਿਨ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ। ਮਟੀਰੀਅਲ ਤਾਂ ਹੀ ਲੱਗਾ ਹੈ ਜੀ। ਇੱਕ ਪਾਸੇ ਕਹਿੰਦੇ ਹੋ ਮਹਿਲ ਸੜ ਜਾਣਾ, ਦੂਜੇ ਪਾਸੇ ਮਹਾਰਾਜ ਕਹਿੰਦੇ ਪਵਿੱਤਰ ਹੈ, ਕਿਉਂਕਿ ਉਸ ਬੰਦੇ ਦੀ ਵਰਤੋਂ ਕਿਹੋ ਜਿਹੀ ਹੈ। ਯਾਦ ਰੱਖੋ ਦੁਕਾਨ ਇੱਕੋ ਹੀ ਹੈ। ਭਾਈ ਗੁਰਦਾਸ ਸਾਹਿਬ ਨੇ ਉਦਾਹਰਨ ਦਿੱਤੀ, ਮਾਇਆ ਕਦੋਂ ਬਣਦੀ ਹੈ? ਕਹਿਣ ਲੱਗੇ ਉਸੇ ਦੁਕਾਨ ਤੋਂ ਸੁਹਾਗਣ ਆਪਣੇ ਸੁਹਾਗ ਦਾ ਸ਼ਿੰਗਾਰ ਦਾ ਸਮਾਨ ਖਰੀਦਦੀ ਏ, ਉਸੇ ਦੁਕਾਨ ਤੋਂ ਵੇਸ਼ਵਾ ਸ਼ਿੰਗਾਰ ਖਰੀਦਦੀ ਏ। ਬਸ ਇੰਨਾ ਹੀ, ਜੇ ਗੁਰਮੁਖ ਦੀ ਮਾਇਆ ਸੁਹਾਗਣ ਦੀ ਤਰ੍ਹਾਂ, ਮਨਮੁਖ ਰੱਬ ਭੁੱਲ ਜਾਏ ਤੇ ਵੇਸ਼ਵਾ ਦੀ ਤਰ੍ਹਾਂ ਹੈ। ਮੈਂ ਆਪ ਜੀ ਨੂੰ ਸਿਰਫ ਇਸ ਕਰਕੇ ਬੇਨਤੀ ਕੀਤੀ ਕਿ ਨਿਰੰਤਰ ਅੰਦਰ ਚਿੰਤਨ ਚੱਲੀ ਜਾਏ, ਰੱਬ ਭੁੱਲ ਜਾਏ। ਉਹਨੂੰ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਹੈ ਕਿ ਪੰਥਾ ਪ੍ਰੇਮ ਨਾ ਜਾਣਹੀ, ਭੁੱਲੀ ਫਿਰੈ ਗਵਾਰ। ਕਹਿੰਦੇ ਨੇ ਮੂਰਖ ਇਸਤਰੀ, ਮੂਰਖ ਬੰਦਾ ਪਰਮਾਤਮਾ ਨੂੰ ਭੁੱਲ ਗਿਆ ਤੇ ਪ੍ਰੇਮ ਦੇ ਰਸਤੇ ਨੂੰ ਜਾਣ ਹੀ ਨਹੀਂ, ਪਿਆਰ ਨਹੀਂ ਜਾਣਿਆ, ਉਹ ਪ੍ਰੇਮ ਦਾ ਮਾਰਗ ਨਹੀਂ ਜਾਣਿਆ, ਤੇ ਪਰਮੇਸ਼ਵਰ ਦੇ ਘਰ ਦਾ ਰਸਤਾ। ਗੁਰਮੁਖੋ ਕੇਵਲ ਤਾਂ ਕੇਵਲ ਪ੍ਰੇਮ ਹੈ, ਪ੍ਰੇਮ ਦੀ ਤਾਲੀਮ ਨਹੀਂ ਦਿੱਤੀ ਜਾਂਦੀ। ਪ੍ਰੇਮ ਸੁਤੇ ਸਿੱਧ ਰੱਬ ਮਿਹਰ ਕਰਕੇ ਪੈਦਾ ਕਰਦਾ ਹੈ। ਪ੍ਰੇਮ ਦਾ ਭੇਖ ਹੋ ਸਕਦਾ ਹੈ, ਪਰ ਪ੍ਰੇਮ ਤਾਂ ਧੁਰ ਅੰਦਰ ਚੋਂ ਨਿਕਲਦਾ ਹੈ, ਜਿਸ ਨੂੰ ਪਰਮਾਤਮਾ ਇਹ ਦਾਤ ਦੇ ਦੇਵੇ। ਗੁਰੂ ਸਾਹਿਬ ਕਹਿੰਦੇ ਨੇ ਪ੍ਰੇਮ ਦਾ ਰਸਤਾ ਜਾਣ ਹੀ ਨਹੀਂ ਭੁੱਲੀ ਨੇ, ਕਿ ਉਸ ਘਰ ਨੂੰ ਜਿਹੜਾ ਰਾਹ ਜਾਂਦਾ ਉਸ ਪੰਥ ਨੂੰ ਨਹੀਂ ਜਾਣਿਆ। ਇਹ ਰਸਤਾ ਜਾਣ ਹੀ ਨਹੀਂ, ਜਿਹਨੂੰ ਬਾਬਾ ਜੀ ਨੇ ਕਿਹਾ ਕਿ ਸਾਚ ਕਹੂੰ ਸੁਣ ਲੇਖੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕੱਲਾ ਇਹ ਨਹੀਂ ਕਿਹਾ ਤੂੰ ਪ੍ਰੇਮ ਕਰ। ਗੁਰੂ ਗੋਬਿੰਦ ਸਿੰਘ ਤਾਂ ਬਚਨ ਕਰਦੇ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਉਹ ਪ੍ਰੇਮ ਸਵਰੂਪ ਹੈ। ਪੰਥਾ ਪ੍ਰੇਮ ਨਾ ਜਾਣੇ, ਇਸ ਜੀਵ ਨੇ ਪ੍ਰੇਮ ਦਾ ਰਾਹ ਨਹੀਂ ਜਾਣਿਆ, ਭੁੱਲੀ ਫਿਰੈ ਗਵਾਰ। ਇਸ ਸੰਸਾਰ ਵਿੱਚ ਮਾਇਆ ਵਿੱਚ ਭੁੱਲ ਗਈ, ਗਵਾਰ। ਮਹਾਰਾਜ ਕਹਿੰਦੇ ਨੇ ਨਾਨਕ ਹਰ ਬਿਸਰਾਇਕ ਹੈ। ਜਦੋਂ ਹਰੀ ਨੂੰ ਵਿਸਾਰ ਦਿੱਤਾ, ਪ੍ਰਭੂ ਨੂੰ ਭੁਲਾ ਦਿੱਤਾ, ਤੇ ਸਤਿਗੁਰੂ ਕਹਿੰਦੇ ਨੇ ਪਾਉਂਦੇ ਨਰਕ ਅੰਧਿਆਰ। ਇਹੋ ਜਿਹੇ ਭੁੱਲੇ ਹੋਏ ਜੀਵ ਰੱਬ ਨੂੰ ਭੁਲਾ ਕੇ
ਨਰਕਾਂ ਦੇ ਵਿੱਚ ਸੜਦੇ ਪਏ ਆ। ਇਹਦਾ ਮਤਲਬ ਨਰਕ ਦੇ ਖੂਹ 'ਚ ਡਿੱਗੇ ਆ। ਥੋੜ੍ਹਾ ਜਿਹਾ ਤੇ ਹੋਰ ਇਹ ਦੋ ਜਿਹੜੇ ਬਚਨ ਨੇ ਨਾ, ਇਹ ਵਿਸਰੇ ਤੇ ਬੜੇ ਡਿਪੈਂਡ ਕਰਦੇ ਆ। ਸਿੱਧੀ ਗੁਰਸਿੱਖੀ ਜਿਹੜੀ ਹੈ, ਗੁਰਮਤ ਇਹ ਗੱਲ ਕਹਿੰਦੀ ਏ ਵੀ ਅੱਠੇ ਪੈਰ ਤੈਨੂੰ ਰੱਬ ਚੇਤੇ ਰਹੇ। ਕੱਲ ਵੀ ਮੈਂ ਕਿਹਾ ਸੀ ਸ਼ਾਇਦ ਵੀ ਇਹ ਚੇਤੇ ਤੋਂ ਵਿਸਰ ਜਾਂਦਾ ਹੈ, ਇਹਨੂੰ ਚੇਤਾ ਕੀਤਿਆਂ ਵੀ ਚੇਤੇ ਤੋਂ ਭੁੱਲਦਾ ਹੈ। ਤੇ ਦੁਨੀਆ ਦੀ ਇੱਕ ਨਿੱਕੀ ਜੀ ਗੱਲ ਵਾਪਰੀ ਹੋਵੇ ਤੇ ਬਿਨਾਂ ਚੇਤੇ ਕਰਨ ਤੋਂ ਚੇਤੇ ਚੋਂ ਨਿਕਲਦੀ ਕੋਈ ਨਹੀਂ। ਇਹ ਚੇਤੇ ਚੋਂ ਵਾਰ-ਵਾਰ ਵਿਸਰ ਜਾਂਦਾ ਹੈ, ਇਹ ਚੇਤੇ ਵਿੱਚ ਵਸਦਾ ਹੀ ਨਹੀਂ। ਯਾਦ ਰੱਖੋ, ਚੇਤਾ ਪਕਾਉਣਾ ਪੈਂਦਾ ਇਹਦੇ ਲਈ ਮੁਸ਼ੱਕਤ ਕਰਨੀ ਪੈਣੀ। ਗੁਰੂ ਸਾਹਿਬ ਨੇ ਕਿਹਾ ਜਿਹਨੂੰ ਵਿਸਰ ਜਾਏ ਉਹ ਸੱਚਮੁੱਚ ਖਤਮ, ਜਿਹਨੂੰ ਚੇਤੇ ਆ ਜਾਏ ਜ਼ਿੰਦਗੀ। ਜਿਵੇਂ ਕੱਲ ਪਾਠ ਕੀਤਾ ਸੀ, ਆਖਾਂ ਜੀਵਾਂ ਵਿਸਰੈ ਮਰ ਜਾਉ, ਮਿਰਨੰਗ ਮਰਨੰਗ ਬਿਸਰਨੰਗ ਗੋਬਿੰਦ ਹੈ। ਜਦੋਂ ਗੋਬਿੰਦ ਭੁੱਲ ਗਿਆ ਉਦੋਂ ਮੌਤ ਹੋ ਗਈ। ਜੀਵਨ ਹਰ ਨਾਮ ਧਿਆਵਣ ਹੈ, ਉਹਨੂੰ ਚੇਤੇ ਕੀਤਾ। ਇੱਕ ਬਚਨ ਆਉਂਦਾ, ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਭ ਖੰਡਨੈ, ਪੰਥਾ ਪ੍ਰੇਮ ਨਾ ਜਾਣੀ, ਭੁੱਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ। ਗੁਰੂ ਸਾਹਿਬ ਕਹਿੰਦੇ ਬਸੰਤ ਇਹ ਸਵਰਗ ਲੋਕ ਵਿੱਚ ਵਸਦਾ ਹੋਵੇ, ਸਾਰੀ ਧਰਤੀ ਨੂੰ ਜਿੱਤਿਆ ਹੋਵੇ, ਪਰ ਸੱਚ ਇਹ ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਭ ਖੰਡਨੈ, ਬਿਸਰੰਤ ਹਰ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਨਾਨਕ ਹਰ ਬਿਸਰਾਇ ਕੇ ਬਿਸਰੰਤ ਹਰ ਗੋਪਾਲੈ, ਸ਼ਬਦ ਵਰਤੇ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਕੌਤਕ ਕੋਡ ਤਮਾਸ਼ਿਆਂ ਮਾਇਆ ਮਨੋ ਨ ਵਿਸਰੈ, ਕੌਤਕ ਕੋਡ ਤਮਾਸ਼ਿਆਂ ਚਿਤ ਨ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ। ਨਰਕ ਬਰਾਬਰ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਾਰ। ਫਰੀਦਾ ਤਿੰਨਾ ਮੁਖ ਡਰਾਵਣੇ ਹਰ ਬਿਸਰਾਏ ਕੈ, ਫਰੀਦਾ ਤਿੰਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ, ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਉ, ਪਾਉਂਦੇ ਨਰਕ ਅੰਧਿਆਰ। ਮਹਾਰਾਜ ਨੇ ਸ਼ਬਦ ਵਰਤੇ ਨੇ ਕਿ ਨਾਮ ਭੁੱਲ ਜਾਏ। ਇਸ ਨੂੰ ਆਪ ਪੜ੍ਹ ਦਿਓ, ਨਾਮ ਬਿਨਾ ਜੋ ਪੈਰੈ ਖਾਏ, ਪਾਉਂਦੇ ਨਰਕ ਅੰਧਿਆਰ। ਜਿਉ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾ ਜੇਤਾ ਬਿਵਹਾਰ, ਜਿਉ ਮ੍ਰਿਤਕ ਮਿਥਿਆ ਸ਼ਿੰਗਾਰ। ਨਾਮ ਵਿਸਾਰ ਕੀਏ ਸ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੈਂ ਰੋਗ। ਗੁਰਮੁਖੋ ਜਿੱਥੇ ਉਹ ਵਿਸਰ ਜਾਏ, ਗੁਰੂ ਸਾਹਿਬ ਕਹਿੰਦੇ ਨੇ ਉਹ ਨਰਕ ਬਣ ਗਿਆ। ਸੱਚਮੁੱਚ ਉਹ ਨਰਕ ਸੜ ਰਹੇ ਨੇ। ਅਗਲਾ ਬਚਨ ਹੈ, ਮਾਇਆ ਮਨੋਂ ਨਾ ਵਿਸਰੈ, ਮਨ ਵਿੱਚੋਂ ਨਿਕਲਦੀ ਕੋਈ ਨਹੀਂ। ਸੱਚੀ ਜੀ, ਪਤਾ ਨਹੀਂ ਕਿਹੋ ਜੀ ਰੱਬ ਨੇ ਠੱਗ ਮੂਰੀ ਲਾ ਦਿੱਤੀ ਹੈ। ਇਹ ਅੰਦਰੋਂ ਫੁਰਨਿਆਂ 'ਚ ਚੱਲੇਗੀ, ਵੇਖਣ 'ਚ ਚੱਲੇਗੀ, ਦੇਖਣ 'ਚ ਚੱਲੇਗੀ। ਮਾਇਆ ਮਨੋਂ ਨਾ ਵਿਸਰੈ, ਤੇ ਫਿਰ ਦਮ ਬਦਮ ਸਵਾਸ ਸਵਾਸ ਸਿਮਰਨ ਕਿਹਦਾ ਚੱਲਦਾ ਹੈ? ਮੰਗੈ ਦਮਾ ਦਮ, ਹੋਰ ਆ ਜਾਏ ਹੋਰ ਆ ਜਾਏ, ਮੈਂ ਤ੍ਰਿਪਤ ਹੋ ਜਾ। ਨਹੀਂ ਗੁਰਮੁਖੋ, ਬਿਲਕੁਲ ਨਹੀਂ। ਮੈਨੂੰ ਯਾਦ ਹੈ ਕਿ ਜਿਹੜਾ ਸਥਾਨ ਬੰਗਲਾ ਸਾਹਿਬ ਸਤਿਗੁਰੂ ਜੀ ਦਾ ਜੀ, ਦਿੱਲੀ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉੱਥੇ ਟਿਕੇ ਹੋਏ ਸਨ ਬੰਗਲਾ ਸਾਹਿਬ। ਤੇ ਮਹਾਰਾਜ ਜੀ ਦੇ ਕੋਲ ਜੋ ਅਸੀਂ ਪੁਰਾਣਾ ਇਤਿਹਾਸ ਪੜ੍ਹਨੇ, ਉਸ ਵਿੱਚ ਕਿਹਾ ਜਾਂਦਾ ਵੀ ਔਰੰਗਜ਼ੇਬ ਮਿਲਣ ਆਇਆ ਸੀ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨਹੀਂ ਮਿਲੇ। ਔਰੰਗਜ਼ੇਬ ਨੇ ਯਤਨ ਵੀ ਕੀਤਾ, ਪਰ ਮਹਾਰਾਜ ਜੀ ਨੇ ਕਿਹਾ ਨਹੀਂ, ਮਲੇਸ਼ ਕੋ ਦਰਸ਼ਨ ਦੇਣਾ। ਜਦੋਂ ਇਹ ਸ਼ਬਦ ਕਿਹਾ ਤੇ ਉਹਨੇ ਇੱਕ ਗੱਲ ਕਹੀ ਰਾਜਾ ਜੈ ਸਿੰਘ ਨੂੰ, ਕਹਿੰਦਾ ਮੈਨੂੰ ਮਿਲਣਾ ਨਹੀਂ, ਆਖਰ ਮੈਂ ਇਸ ਮੁਲਕ ਦਾ ਬਾਦਸ਼ਾਹ ਹਾਂ। ਮੈਂ ਤਾਂ ਪੁਰਾਤਨ ਕਿਹਾ ਕਿਉਂਕਿ ਨਵੀਨ ਵਿਦਵਾਨ ਇਹਨੂੰ ਖੰਡਨ ਕਰਦੇ ਆ। ਉਹ ਮਿਲਿਆ ਜੀ, ਪਰ ਨਹੀਂ। ਔਰੰਗਜ਼ੇਬ ਨੇ ਸ਼ਬਦ ਕਹਿ ਮੈਂ ਬਾਦਸ਼ਾਹ ਹਾਂ, ਇਸ ਮੁਲਕ ਦਾ ਮਾਲਕ ਹਾਂ, ਮਿਲਣਾ ਨਹੀਂ। ਤੇ ਘੱਟੋ ਘੱਟ ਮੇਰੇ ਐਸ਼ਵਰਜ, ਮੇਰੇ ਪਦਾਰਥ, ਮੇਰੀ ਸਾਧ, ਜੋ ਕੁਝ ਮੇਰੇ ਕੋਲ ਹੈ, ਇਹਦੇ ਸੰਬੰਧੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਕੀ ਬਚਨ ਹੈ ਜਾਂ ਕੀ ਖਿਆਲ ਨੇ। ਜਦੋਂ ਜੈ ਸਿੰਘ ਨੇ ਕਿਹਾ ਮਹਾਰਾਜ ਬਾਦਸ਼ਾਹ ਇਹ ਪੁੱਛਦਾ ਹੈ, ਉੱਥੇ ਗੁਰੂ ਸਾਹਿਬ ਨੇ ਇੱਕ ਸ਼ਬਦ ਕਿਹਾ ਸੀ, ਆ ਬੇਨਤੀ ਹੈ, ਉਹ ਪਵਿੱਤਰ ਬਚਨ ਹੈ, ਕਿਆ ਖਾਧੈ ਕਿਆ ਪੈਦਾ ਹੋਏ, ਜਾਮਨ ਨਾਹੀ ਸੱਚਾ ਸੋਏ, ਮਾਇਆ ਮਨੋ ਨਾ ਵਿਸਰੈ। ਕਿਆ ਖਾਧੈ ਕਿਆ ਪੈਂਦਾ ਹੋਏ, ਜਾਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਉ ਘਿਓ ਗੁੜ ਮਿੱਠਾ,
क्या मैदा क्या मास, क्या लश्कर क्या नेब खवासी, आवे महली वास, नानक सच्चे नाम बिन सबो टोल विनाश। सब कुछ गिन दिता, दौलत गिन दी, पदार्थ गिन दिते, परमात्मा विसर जाए। महाराज कहते सच्ची मुच्ची नरक। इसे करके गुरमुखो बाणी च आ पढ़ते हो, बहुत शब्द ऐसे ने जिहदे विच ये तरला लिया गया, दाता सब कुछ हो जाए पर तू ना विसरी। देखो की विसरै, दुख बहुता लागै, क्योंकि तू विसर गया तो नरक घोर अंधार है, पौंदे नरक अंधार है। तो महाराज कहते ने जिमें दुध तो बिना गां की कोई कीमत नहीं, खंभ तो बिना पंछी की उडारी नहीं, पानी तो बिना फसल कोई नहीं, बहुत कुछ दे दें पर तेरी याद ना आवे तो सब कुछ व्यर्थ है। दुध बिन तेन, पंख बिन पंखी, जल बिन उचपद दाम नहीं, क्या सुल्तान सलाम विखोना, अंधी कोठी तेरा नाम नहीं। उस विच महाराज कह रहे कि तू भुली ना, जे तू विसर गया की विसरै, दुख बहुता लागै, दुख लागै तू विसर नहीं। आप पहला बचन महाराज का पढ़ते हो कि गुरा एक दे बुझाई, सबना जियां का एक दाता, सो मैं विसर ना जाए। विसर ना ही दातार, अपना नाम देखो। यही मंगया जी, तू विसर नहीं, विसर ना ही दातार, अपना नाम देखो, गुण गावा दिन रात नानक चाओ एहो। भाई साहब ने एक बचन किया, भाई साहब भाई वीर सिंह उन्हों का सिमरन बारे जी, विसर गया तो खत्म। वो 4 सतरां ने पंजाबी दियां सौखियां जियां, कहंदे आ लगे प्यार तां प्यारड़ा पास वसे, लगे प्यार तां प्यारड़ा पास वसे, कदी अखियां तो ना होए ओले, कदे अखियां तो जे होए ओले, सूरत उस दी दिलों ना होए ओले। सूरत शब्द, लगे प्यार तां प्यारड़ा पास वसे, कदी अखियां तो ना होए ओले, कदी अखियां तो जे होए ओले, सूरत उस दी दिलों ना होए ओले, सूरत उस दी दिलों जे होए ओले, नाम जीव तो कदे ना होए ओले। नाम ना भुल जाए जीव तो, नाम जीव तो कदे ना होए ओले। अगे कहते नाम जीव तो कदे जे होए ओले, सुरत दे तो शाला तद होए ओले। उदम दे विचों जिंद कढ़ ली जिदन तेरी याद भुल जाए। मैनू इंज लगा भाई साहब किते इस गजल के शेर ते इतना लिख रहे, हवाए बंदगी अवुर्द दर वजूद मरा, वगर ने जोने चुकी। शब्द वरते ने भाई साहब, तेरी बंदगी की तांग ही मैनू बॉडी विच लैके आई है, जे तेरा सिमरन नहीं तो मैनू बॉडी विच रहन दा कोई चाह नहीं, क्योंकि मैं शरीर धारण किया है तेरी बंदगी कर सका। हवाए बंदगी अवुर्द दर वजूद मरा, वजूद मेरा तां है तेरी बंदगी है। हजूर सच्चे पातशाह महाराज जोर दे रहा कि वो चिंतन माया दा दिन रात चलता है जी। बड़ा मुश्किल है, आप सारे बैठिया बैठिया कह तो देने, एवं ज्ञानी कहते रब का की पाना, इधरों पटना इधरों लाना। गुरमुखो ये तो पट्टी ही नहीं जाता कई जन्मां का, ये इहो जी बीमारी है, पट्टन का पट्टन वाले पासे आ ही नहीं रहा। गुरु साहब शब्द वरते आ, माया मनु ना विसरै, मांगै दमा दम सवास सवास मंगदा है, सो प्रभ चित ना आवी, नानक नहीं करम। कहते भाग ही माड़े कहांगे, और की कहांगे, नहीं करम कहते किस्मत माड़ी कहोगे, भाग माड़े कहोगे, जिन्होंने परमात्मा का नाम चेते नहीं आता। सचमुच जिथे ओदा चेता विस, उंज वेखो किड्डी वड्डी किरपा की, चेता हमेशा बंदे दे नाल रहिंदा। पोथी साहब नाल नहीं सदा रहेगी, पर पोथी दा शब्द चेता तुहाडे नाल रहेगा। ये चेता ही तो अंतले समय बंदे दी जून का फैसला करता है। देखो असी बाणी जिहड़ा शब्द हुंदा है ना, चलो अजकल मैं तां थोड़ा जिहा दिल तां नहीं करदा किसी खब्बे सज्जे सुरत नूं खंडावां, पर मैनूं पता है ना अर्थां दे अनर्थ हुंदे ने। अरी बाई गोबिंद नाम मत, ये मन च आवेगा ये चेता क्यों वार वार कही जाते हैं। अरी बाई गोबिंद नाम मत विसरै, ओदा एक कारण है, जुग जुग मेर शरीर का, वासना बद्दा आवे जावे, फिर वटाइए
ਗਿਆਨੀ ਹੋਏ ਮਰਮ ਕੋ ਪਾਵੇ। ਭਾਈ ਸਾਹਿਬ ਇਹ ਮਹਾਰਾਜ ਕਿਉਂ ਕਹਿੰਦੇ ਨੇ ਚੇਤਾ ਕਰ ਚੇਤਾ ਕਰ? ਸਿੱਧਾ ਜਿਹਾ ਸਵਾਲ ਉੱਠੇਗਾ ਜੀ ਕਿਉਂ ਕਹੀ ਜਾਂਦੇ ਹੋ ਨਾ ਵਿਸਰੇ ਨਾ ਵਿਸਰੇ? ਇਹ ਕੀ ਗੱਲ? ਜਿਸ ਵਕਤ ਅਸੀਂ ਤੁਸਾਂ ਬੌਡੀ ਛੱਡਣੀ ਹੈ, ਅੱਜ ਨਹੀਂ ਕੱਲ ਨਹੀਂ, ਜਦੋਂ ਵੀ ਟਾਈਮ ਆਇਆ ਯਾਦ ਰੱਖ ਦਿਓ ਬੌਡੀ ਛੱਡਦਿਆਂ ਜੋ ਚਿੰਤਨ ਅੰਦਰ ਚੱਲੇਗਾ ਤੁਰ ਅੰਦਰ, ਉਹੀ ਚਿੰਤਨ ਫੈਸਲਾ ਕਰੇਗਾ ਅਗਲਾ ਸਰੀਰ ਤੈਨੂੰ ਕਿਹੜਾ ਮਿਲਣਾ ਹੈ। ਇਹ ਤਾਂ ਕਿਹਾ ਵੀ ਚੇਤੇ ਕਰ। ਬਾਬਾ ਜੀ ਨੇ ਕਿਹਾ ਕਿਆ ਜਾਣਾ ਕਿਉਂ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵੀਸਰੈ ਤਾਂ ਸਹਿਲਾ ਮਰਨਾ ਹੋਏ। ਇਹ ਸ਼ਬਦ ਮੈਂ ਜਿਹੜੀਆਂ ਦੋ ਤੁਕਾਂ ਪੜੀਆਂ ਨੇ ਕਿ ਜੁਗ ਜੁਗ ਮੇਰ ਸਰੀਰ ਕਾ, ਜੁਗ ਜੁਗ ਦਾ ਅਰਥ ਹੈ ਹਰ ਜਨਮ ਵਿੱਚ। ਇੱਥੇ ਮੇਰ ਦਾ ਲਫ਼ਜ਼ੀ ਅਰਥ ਮੇਰਾ ਨਹੀਂ, ਇੱਥੇ ਮੇਰ ਦਾ ਅਰਥ ਪਹਾੜ ਉੱਚਾ ਦਾ ਅਰਥ ਆਤਮਾ। ਹਰ ਯੁੱਗ ਵਿੱਚ ਮੇਰੇ ਸਰੀਰ ਦਾ ਆਤਮਾ ਵਾਸ਼ਨਾ ਬੱਧਾ ਆਵੇ ਜਾਵੇ, ਇਹ ਵਾਸ਼ਨਾ ਅਧੀਨ ਆਉਂਦਾ ਤੇ ਜਾਂਦਾ ਹੈ। ਜੁਗ ਜੁਗ ਫੇਰ ਵਟਾਈ ਹੈ, ਇਹ ਵਾਸ਼ਨਾ ਹਰ ਵਾਰੀ ਬੌਡੀ ਬਦਲ ਦਿੰਦੀ ਹੈ। ਜੁਗ ਜੁਗ ਫੇਰ ਵਟਾਈ ਹੈ, ਗਿਆਨੀ ਕੋਈ ਮਰਮ ਕੋ ਪਾਵੇ। ਇਸੇ ਕਰਕੇ ਗੁਰੂ ਜੀ ਨੇ ਕਿਹਾ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ, ਅੰਤ ਕਾਲ ਜੋ ਲక్ష్ਮੀ ਸਿਮਰੈ। ਇੱਥੇ ਸਿਮਰੇ ਦਾ ਅਰਥ ਚੇਤਾ ਹੈ, ਸਿਮਰੇ ਦਾ ਅਰਥ ਯਾਦ ਹੈ। ਤਾਂ ਮੈਂ ਬੇਨਤੀ ਕੀਤੀ ਕਿਤੇ ਨਾ ਆਵੇ ਵੀ ਕਿਉਂ ਕਹਿੰਦੇ ਆ ਵਾਰ-ਵਾਰ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿਜੇ ਮਰੈ। ਮਹਾਰਾਜ ਸ਼ਬਦ ਵਰਦੇ ਆ ਸਰਪ ਜੋਨ ਵਲ ਵਲ ਉਤਰੈ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿਜੇ ਮਰੈ। ਵਾਸ਼ਨਾ ਜਿਹੜੀ ਵੀ ਆ ਗਈ ਬੇਸ਼ਵਾ ਜੋਨ ਵਲ ਵਲ ਉਤਰੈ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿਜੇ ਮਰੈ। ਮਹਾਰਾਜ ਕਹਿੰਦੇ ਨੇ ਫਿਰ ਹੋਵੇਗਾ ਕਿ ਪ੍ਰੇਤ ਜੋਨ ਵਲ ਵਲ ਉਤਰੈ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿਜੇ ਮਰੈ। ਸੂਕਰ ਜੋਨ ਵਲ ਵਲ ਉਤਰੈ। ਆਪਾਂ ਕਹਾਂਗੇ ਸ਼ਰਾਬ, ਬਿਲਕੁਲ ਨਹੀਂ। ਭਗਤ ਦੀ ਕਹਿ ਰਹੇ ਨੇ ਕਿ ਚੇਤੇ ਰੱਖੋ ਇਹ ਅੰਤਲੀ ਵਾਸ਼ਨਾ ਨੇ ਫੈਸਲਾ ਕਰਨਾ ਤੂੰ ਕਿੱਧਰ ਚੱਲਾ ਹੈ। ਮਹਾਰਾਜ ਦੇ ਅਗਲਾ ਸ਼ਬਦ ਅੰਤ ਕਾਲ ਜੋ ਨਾਰਾਇਣ, ਤਾਂ ਕਹਿੰਦੇ ਨੇ ਵਿਸਰੀ ਨਾ। ਤਾਂ ਬਾਬਾ ਜੀ ਨੇ ਇੱਕ ਸ਼ਬਦ ਵਰਤਿਆ ਕਿ ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਤਾਂ ਬੇਨਤੀ ਕੀਤੀ ਕਿਉਂਕਿ ਅੱਜ ਸੁੱਖ ਹੈ, ਲੋਕ ਨੇ ਪਰਿਵਾਰ ਹੈ ਕੋਲ, ਸਾਨੂੰ ਕੋਈ ਨਹੀਂ ਇਸ ਗੱਲ ਦੀ ਪਰਵਾਹ ਰਹਿਣੀ। ਪਰ ਗੁਰੂ ਸਾਹਿਬ ਕਹਿੰਦੇ ਨੇ ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿਜੇ ਮਰੈ। ਬਦਤ ਤਰਲੋਚਨ ਤੇ ਨਰ ਮੁਕਤਾ ਪੀਤਾੰਬਰ ਵਾਕੈ ਹਿਰਦੈ ਬਸੈ। ਇਹ ਇਸ ਕਰਕੇ ਗੁਰੂ ਜੀ ਕਹਿੰਦੇ ਜੇ ਮਾਇਆ ਦਾ ਚਿੰਤਨ ਰਿਹਾ ਮਨੋ ਨਾ ਵਿਸਰੈ, ਜੇ ਇਹ ਸਵਾਸਾਂ 'ਚ ਚੱਲ ਪਈ, ਇਹਦਾ ਸਿਮਰਨ ਚੱਲ ਗਿਆ, ਇਹਦੇ ਸਿਮਰਨ ਨੇ ਅਗਲਾ ਜਨਮ ਤਬਾਹੀ ਸੱਟ ਨਹੀਂ। ਜੇ ਸਵਾਸਾਂ ਦੇ ਵਿੱਚ ਰੱਬ ਦਾ ਸਿਮਰਨ ਚੱਲ ਪਿਆ ਤੇ ਜਨਮ ਮਰਨ ਕੱਟਿਆ ਜਾਏਗਾ। ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ, ਦਮ ਦਮ ਮੰਗਦਾ ਵੀ ਹੋਰ ਹੋਰ। ਪਰ ਜੇ ਸਿਮਰਨ ਆ ਜਾਏ ਫਿਰ ਸੱਚੀ ਮੁੱਚੀ। ਇਹ ਵੀ ਕਈ ਵਾਰੀ ਕਹਿੰਦੇ ਜੀ ਇਹ ਜੇ ਸਾਰੀ ਜ਼ਿੰਦਗੀ ਪਾਪ ਕੀਤਾ ਅੰਤਲੇ ਸਮੇਂ ਰੱਬ ਚੇਤੇ ਆ ਗਿਆ। ਯਾਦ ਰੱਖਿਓ ਅੰਤਲੇ ਸਮੇਂ ਰੱਬ ਉਹਨੂੰ ਚੇਤੇ ਆਉਂਦਾ ਹੈ ਜਿਹਦੇ ਧੁਰ ਅੰਦਰ ਕਿਤੇ ਬੀਜ ਪਿਆ ਹੋਇਆ ਹੈ। ਇੱਕ ਬਾਣੀ 'ਚ ਬਚਨ ਹੁੰਦਾ ਹੈ ਇਹ ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਹੁਣ ਇਹ ਉਹ ਸਵਾਲ ਦਾ ਉੱਤਰ ਹੈ ਕਿੰਨੇ ਪਾਪ ਕੀਤੇ ਨੇ। ਉਹ ਆਪਾਂ ਨਾਮ ਨੂੰ ਸਮਝਨੇ ਕੀ ਆ? ਅਸੀਂ ਸਮਝਦੇ ਹਾਂ ਵੀ ਸ਼ਾਇਦ ਅੰਤਲੇ ਕਲ ਜੇ ਵਾਹਿਗੁਰੂ ਕਹਿ ਦਿੱਤਾ ਇੰਨੀ ਜ਼ਿੰਦਗੀ ਲੰਘ ਗਈ, ਇੱਕ ਵਾਹਿਗੁਰੂ ਸ਼ਬਦ। ਉਹ ਗੁਰਮੁਖੋ ਜਦੋਂ ਧੁਰ ਅੰਦਰ ਤੋਂ ਗੁਰੂ ਕਿਰਪਾ ਕਰੇ ਇੱਕ ਸ਼ਬਦ ਹੀ ਵਾਹਿਗੁਰੂ ਨਿਕਲ ਗਿਆ। ਇੱਕ ਨਿੱਕੀ ਜੀ ਅੱਗ ਦੀ ਤੀਲੀ ਸਾਰੇ ਜੰਗਲ ਨੂੰ ਫੂਕ ਦਿੰਦੀ ਏ। ਇੱਕ ਵਾਰੀ ਅੰਦਰੋਂ ਵਾਹਿਗੁਰੂ ਨਿਕਲੇ ਤੇ ਸਾਰੇ ਜਨਮ ਦੇ ਪਾਪਾਂ ਨੂੰ ਫੂਕ ਦਿੰਦਾ ਹੈ। ਅੰਤਲਾ ਸਮਾਂ ਆਇਆ ਉਹਨੂੰ ਚੇਤੇ। ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਜਾਂ ਗਤ ਕੋ ਜੋਗੀਸ਼ਰ ਬਾਂਸਤ। ਜਿਹੜੇ ਬਰਫ਼ 'ਚ ਬਹਿ ਕੇ ਚੌਂਕੜੀ ਲਾ ਕੇ ਸਮਾਧੀਆਂ ਲਾਉਂਦੇ ਨੇ ਉਹ ਸੱਚੀ ਮੁੱਚੀ ਅਜਾਮਲ ਉੱਥੇ ਪਹੁੰਚ ਗਿਆ। ਜੋਗੀਸ਼ਰ ਕਿਹਾ ਜੋਗੀ। ਇਹ ਵੀ ਇੱਕ ਸਮਝੋ ਜੋਗੀਆਂ ਤੋਂ ਵੱਡਾ ਈਸ਼ਰ, ਜੋਗੀਆਂ ਦਾ ਜੋਗੀ। ਜਾਂ ਗਤ ਕੋ ਜੋਗੀਸ਼ਰ ਬਾਂਸਤ ਸੋ ਗਤ ਇਹਦਾ ਉੱਤਰ ਛਿੰਨ ਮੈਂ ਪਾਈ ਜਰਾ ਕਹਿੰਦਾ ਛਿੰਨ 'ਚ ਹੋ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦਾ ਬਿਲਕੁਲ ਕਾਮ ਕ੍ਰੋਧ ਮੋਹ ਵਸ ਕੀਆ। ਗੁਰੂ ਅਰਜਨ ਦੇਵ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖ ਉਨ ਅਗ ਕੀਏ ਹੋਵਾ ਅਸੁਰ ਸੰਘਾਰ।
ਪੋਥੀ ਗੀਤ ਕਬਿਤ ਕਿਤ ਕਦੇ ਨਾ ਕਰਨ ਧਰਿਆ। ਪੋਥੀ ਗੀਤ ਕਬਿਤ ਕਿਛ ਕਦੇ ਨਾ ਕਰਨ ਧਰਿਆ। ਚਿਤ ਆਵੇ ਉਸ ਪਾਰ ਬ੍ਰਹਮ। ਅੱਗੇ ਕੀ ਹੈ? ਤਾਂ ਨਿਮਖ। ਮੈਂ ਇਸ ਗੱਲ ਦਾ ਥੋੜਾ ਉੱਤਰ ਦੇ ਰਿਹਾ ਵੀ ਨਿਮਖ ਸ਼ਬਦ ਹੋਏ, ਜਿਨੇ ਸਾਰੀ ਜ਼ਿੰਦਗੀ ਕੁਝ ਨਹੀਂ ਕੀਤਾ, ਪਰ ਇਹ ਮਿੱਥ ਕੇ ਨਹੀਂ ਕਿ ਗੁਰੂ ਅਰਜਨ ਦੇਵ ਕਹਿ ਗਏ ਹੁਣ ਭੋਗ ਭੋਗੀ ਚਲੋ, ਅੰਤਲੇ ਸਮੇਂ ਵਾਹਿਗੁਰੂ ਕਹਿ ਦਿਆਂਗੇ। ਚੇਤੇ ਰੱਖਿਓ ਅੰਤਲਾ ਨਿਮਖ ਵੀ ਉਹਦਾ ਬਣਦਾ ਜਿਨੇ ਸਾਰੀ ਜ਼ਿੰਦਗੀ ਜਪਿਆ ਹੈ। ਮਹਾਰਾਜ ਸ਼ਬਦ ਵਰਤ ਰਿਹਾ ਵੀ ਉਹ ਬੰਦਾ ਹੁਣ ਇਹਨੇ ਪਾਪ ਕੀਤੇ, ਜੇ ਗੁਰੂ ਨੇ ਕਿਰਪਾ ਕਰ ਦਿੱਤੀ, ਮਿਹਰ ਕਰ ਦਿੱਤੀ, ਮਹਾਰਾਜ ਕਹਿੰਦੇ ਚਾਰੇ ਕਿਲ ਵੀ ਖੂਨ ਅਗ ਕੀਏ ਹੋਵਾ ਅਸੁਰ ਸੰਘਾਰ। ਪੋਥੀ ਗੀਤ ਕਬਿਤ ਕਿਛ ਕਦੇ ਨਾ ਅੰਤ ਧਰਿਆ। ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਧਰਿਆ। ਏਕ ਚਿਤ ਜਹੇ ਇੱਕ ਚਿੰਤਿਆਇਓ। ਮੈਂ ਇਸ ਕਰਕੇ ਥੋੜਾ ਜਿਹਾ ਰੋਕ ਗਿਆ ਵੀ ਜੋ ਵਾਰ-ਵਾਰ ਕਰੇ ਚੇਤਾ ਚੇਤਾ ਮਨ ਚ ਆਵੇਗਾ। ਕਿਉਂ? ਸੱਚੀ ਜੇ ਅਗਲੇ ਫੈਸਲੇ ਚੇਤੇ ਨੇ ਕਰਨੇ ਨੇ। ਤੇ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ, ਜਦੋਂ ਪਰਿਵਾਰ ਦਾ ਜੀ ਪਤਾ ਹੈ, ਉਂਝ ਤਾਂ ਪਤਾ ਨਹੀਂ ਕਦੋਂ ਜਾਣਾ, ਜਦੋਂ ਪਤਾ ਹੈ ਤੁਰਿਆ ਜਾਂਦਾ ਹੈ। ਸੱਚੀ ਇਹ ਵੇ ਉਹਦਾ ਭਲਾ ਚਾਹੁੰਦੇ ਹੋ ਨਾ, ਉਹਦੇ ਦੁਆਲੇ ਜਿੰਨੀ ਬਾਣੀ ਪੜ੍ਹ ਸਕਦੇ ਹੋ, ਜਿੰਨਾ ਸਿਮਰਨ ਕਰ ਸਕਦੇ ਹੋ ਕਰੋ। ਪਤਾ ਨਹੀਂ ਕਿਹੜੀ ਆਵਾਜ਼ ਉਹਦੀ ਸੁਰਤ ਦਾ ਕਾਂਟਾ ਬਦਲ ਕੇ ਰੱਬ ਵਾਲੇ ਪਾਸੇ ਚਲੀ ਜਾਏ। ਉਹਨੂੰ ਕਹਿ ਸਕਦੇ ਹੋ, ਦਿਓ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਇੱਕ ਵਾਰ ਭਾਈ ਸਾਹਿਬ ਦੇ ਜੀਵਨ 'ਚ ਵਾਪਰਿਆ, ਪ੍ਰਸੰਗਲੀਆਂ 'ਚ ਵੀ ਹੈ ਇਹ ਘਟਨਾ ਭਾਈ ਸਾਹਿਬ ਵੀਰ ਸਿੰਘ ਉਹਨਾਂ ਦੀ। ਤੇ ਉਹਨਾਂ ਇੱਕ ਜਗ੍ਹਾ ਸੁਣਾਈ ਵੀ ਕਿ ਇੱਕ ਬਾਲ ਸਿਖਾਈ ਮਿੱਤਰ ਸੀ ਜੀ, ਸਾਰੀ ਜ਼ਿੰਦਗੀ ਉਹਦੇ ਨਾਲ ਬਚਪਨ 'ਚ ਉਹਦੇ ਨਾਲ ਪੜ੍ਹੇ ਖੇਡੇ। ਇਹ ਸ਼ੁਰੂ ਤੋਂ ਰੂਹਾਨੀਅਤ ਵਾਲੇ ਪਾਸੇ ਸਨ। ਪਤਾ ਨਹੀਂ ਦੋਨੋਂ ਵੱਖ ਹੋ ਗਏ, ਉਹਦਾ ਵਿਸ਼ੇ ਵਿਕਾਰਾਂ ਵੱਲ ਚੱਲ ਪਿਆ। ਇਹ ਨਾ ਜਦੋਂ ਬਹਿਣਾ ਧੰਨ ਗੁਰੂ ਨਾਨਕ ਸਾਹਿਬ ਕਹਿਣਾ, ਬਚਪਨ 'ਚ ਧੰਨ ਗੁਰੂ ਰਾਮਦਾਸ ਕਹਿਣਾ, ਅੰਮ੍ਰਿਤਸਰ ਸਾਹਿਬ ਰਹਿੰਦੇ ਸਨ। ਕਈ ਸਾਲਾਂ ਬਾਅਦ ਉਸ ਬੰਦੇ ਦਾ ਸੁਨੇਹਾ ਆ ਗਿਆ ਕਿ ਮੈਨੂੰ ਮਿਲਣਾ ਹੋ। ਜਦੋਂ ਮਿਲਣ ਗਏ ਤੇ ਉਹ ਮੰਜੇ ਤੇ ਪਿਆ ਜੀ, ਮੁੱਠ ਹੱਡੀਆਂ ਦੀ ਬਣਿਆ ਪਿਆ। ਘਰ ਦੇ ਕਹਿੰਦੇ ਇਹਨੂੰ ਬਿਮਾਰੀ ਬੜੀ ਭੈੜੀ ਲੱਗ ਗਈ ਹੈ। ਭਾਈ ਸਾਹਿਬ ਚਲੇ ਗਏ। ਹੁਣ ਇਹ ਨਹੀਂ ਕਿ ਮੰਨ ਲਿਓ ਕਿ ਉਹਨਾਂ ਹੀ ਗੱਲ ਕਹੀ, ਮੈਂ ਨਾਮ ਦੀ ਗੱਲ ਕਰ ਰਿਹਾ। ਕਹਿੰਦੇ ਮੇਰੀ ਜ਼ਿੰਦਗੀ ਦਾ ਤਜਰਬਾ ਜੇ। ਕਹਿੰਦੇ ਜਦੋਂ ਮੈਂ ਉਹਦੇ ਸਰਾਣੇ ਗਿਆ, ਕੱਪੜਾ ਮੂੰਹ ਤੋਂ ਲਾਇਆ, ਸੱਚੀ ਮੁੱਚੀ ਉਹਦਾ ਚਿਹਰਾ ਵੇਖ ਕੇ ਡਰ ਲੱਗਾ। ਇਹ ਉਹੀ ਬੰਦਾ ਜਿਹੜਾ ਇੰਨੀਆਂ ਗੱਲਾਂ ਕਰਦਾ ਸੀ। ਇਹਨੇ ਤਰਕ ਕੁਤਰਕ ਸਭ ਕੁਝ ਕਰਦਾ ਰਿਹਾ। ਕਹਿੰਦੇ ਨੇ ਬੜਾ ਐਸਤਾ ਬੋਲਿਆ। ਉਹਦੇ ਸ਼ਬਦ ਸਨ, ਹੱਥ ਨਹੀਂ ਸਨ ਜੁੜਦੇ, ਕੰਬ ਇੰਨੀ ਸਤੀ ਨਹੀਂ ਸੀ, ਬਸ ਬਿਲਕੁਲ ਗਲੇ 'ਚੋਂ ਆਵਾਜ਼ ਨਿਕਲੇ, ਸਬਤ ਪਤਾਲ ਕੀ ਬਾਣੀ। ਭਾਈ ਸਾਹਿਬ ਕਹਿੰਦੇ ਨੇ ਕੰਨ ਨੇੜੇ ਕੀਤਾ ਤੇ ਕਹਿੰਦੇ ਨਾ, ਤੁਸੀਂ ਦਰਬਾਰ ਸਾਹਿਬ ਰੋਜ਼ ਜਾਂਦੇ ਹੋ, ਮੇਰੀ ਅਰਦਾਸ ਕਰੋ ਮੈਨੂੰ ਮੌਤ ਆ ਜਾਏ। ਭਾਈ ਸਾਹਿਬ ਦਾ ਮਨ ਭਰ ਆਇਆ। ਕਹਿਣ ਲੱਗੇ ਇਸ ਬੰਦੇ ਕੋਲ ਪਤਾ ਨਹੀਂ ਸਵਾਸ ਰੱਬ ਦੇ ਕਿੰਨੇ ਦਿੱਤੇ ਆ। ਉਹ ਰੋ ਪਿਆ। ਭਾਈ ਸਾਹਿਬ ਨੂੰ ਉਹਦੇ ਕੰਨ ਨਾਲ ਮੂੰਹ ਲਾ ਗੱਲ ਕਹੀ। ਮੈਨੂੰ ਯਾਦ ਹੈ ਉਹ ਸ਼ਬਦ ਐਡਾ ਪਿਆਰਾ, ਮੈਨੂੰ ਬੜਾ ਉਹ ਸ਼ਬਦ ਛੂੰਹਦਾ। ਕਹਿੰਦੇ ਨੇ ਚੱਲ ਤੇਰੀਆਂ ਅੱਖਾਂ 'ਚੋਂ ਪਛਤਾਵੇ ਦੇ ਅਥਰੂ ਆ ਗਏ ਜੇ ਜ਼ਿੰਦਗੀ ਹੈ ਹੀ। ਅਗਲੀ ਗੱਲ ਕਹੀ, ਮੇਰਾ ਗੁਰੂ ਨਾਨਕ ਸਾਈਂ ਹੈ, ਮੇਰਾ ਗੁਰੂ ਨਾਨਕ ਕਸਾਈ ਨਹੀਂ। ਸ਼ਬਦ ਸਾਈਂ ਤੇ ਕਸਾਈ ਦੋ ਸ਼ਬਦ ਉਹ ਰੱਖਣ ਵਾਲਾ ਹੈ। ਫਿਰ ਕਹਿੰਦਾ ਕੀ ਕਰਾਂ? ਕਹਿੰਦੇ ਨੇ ਇੱਕ ਕੰਮ ਕਰ, ਛੱਡ ਦੇ ਇਸ ਬੋਡੀ ਦਾ ਧਿਆਨ, ਮੇਰੇ ਬੋਲ ਪਿੱਛੇ ਧੰਨ ਗੁਰੂ ਨਾਨਕ ਸਾਹਿਬ ਜੀ। ਉਹ ਕਹਿੰਦੇ ਨੇ ਮੈਂ ਬੁਲਾਇਆ, ਉਹ ਬੋਲਣ ਲੱਗ ਪਿਆ, ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ। ਮੈਂ ਉਸ ਦਿਨ ਵੀ ਜਿੱਦਣ ਕਥਾ ਸ਼ੁਰੂ ਕੀਤੀ ਸੀ, ਮੈਂ ਉਸ ਦਿਨ ਕਿਹਾ ਸੀ, ਗੁਰਮੁਖੋ ਜਦੋਂ ਤੁਸੀਂ ਜ਼ਬਾਨ ਨਾਲ ਧੰਨ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਹੋ, ਵੀ ਪਾਰ ਬ੍ਰਹਮ ਦਾ ਚਿੰਤਨ ਹੁੰਦਾ ਹੈ। ਬੋਲ ਧੰਨ ਗੁਰੂ ਨਾਨਕ ਸਾਹਿਬ ਜੀ। ਉਹ ਬੋਲਣ ਲੱਗ ਪਿਆ। ਕਹਿੰਦੇ ਜਦੋਂ ਥੋੜੀ ਜਿਹੀ ਆਵਾਜ਼ ਨਿਕਲੀ, ਕਹਿੰਦੇ ਹੁਣ ਬੋਲ ਵਾਹਿਗੁਰੂ। ਉਹ ਬੋਲੇ ਵਾਹਿਗੁਰੂ ਵਾਹਿਗੁਰੂ। ਐਸਤਾ ਐਸਤਾ ਪਤਾ ਨਹੀਂ ਕੀ ਖੇਡ, ਉਹਦੀ ਸੱਚੀ ਮੁੱਚੀ ਬੋਡੀ ਚੱਲਣ ਲੱਗ ਪਿਆ, ਵਾਹਿਗੁਰੂ ਵਾਹਿਗੁਰੂ। ਘਰਦਿਆਂ ਨੂੰ ਕਿਹਾ ਯਾਦ ਰੱਖਿਓ ਕੋਈ ਦੂਜੀ ਗੱਲ ਨਹੀਂ, ਜਦੋਂ ਇਹਦੇ ਕੋਲ ਆਉਣਾ ਵਾਹਿਗੁਰੂ ਹੀ ਬੋਲਣਾ। ਭਾਈ ਸਾਹਿਬ ਕਹਿੰਦੇ ਅਸੀਂ ਘਰ ਆ ਗਏ ਤੇ ਰਾਤ ਨੂੰ ਕਹਿੰਦੇ ਉਹ ਤਕਰੀਬਨ 12 ਵਜੇ ਤੋਂ ਬਾਅਦ ਉੱਠ ਪੈਣਾ, ਕਿਉਂਕਿ ਫੁੱਲਾਂ ਦਾ ਗੁਲਦਸਤਾ ਲੈ ਕੇ ਜਾਂਦੇ ਸਨ। ਅੱਜ ਤੀਕਰਾ ਜਾਂਦਾ ਭਾਈ ਸਾਹਿਬ ਦੀ ਕੋਠੀ ਤੇ ਦਾਸ ਤਕਰੀਬਨ ਹਰ ਸਾਲ ਭਾਈ ਸਾਹਿਬ ਦੀ ਕੁਟੀਆ 'ਚ ਹਰਿਮੰਦਰ ਸਾਹਿਬ ਜਦੋਂ ਕਥਾ ਕਰਨ ਜਾਣਾ, ਇੱਕ ਕਥਾ ਗੁਰੂ ਰਾਮਦਾਸ ਦੇ ਪੁਰਬ ਤੇ ਉਹਨਾਂ ਦੀ ਕੁਟੀਆ 'ਚ ਕਰਨ ਜਾਣਾ। ਤੇ ਕਹਿੰਦੇ ਨੇ ਵੀ ਅਸੀਂ ਉੱਠ ਪਏ ਤੇ ਹੋਇਆ ਕਿ ਵੀ ਮੇਰਾ ਪਿੰਡਾ ਕਹਿੰਦੇ ਜਿਵੇਂ ਠੰਡਾ ਜਿਹਾ, ਮੈਨੂੰ ਸੁਪਨਾ ਆਇਆ
मैं दरबार साहब जाना पिया, वो सज्जन लाची बेर कोल खलोता है। एक लाची बेर है ना जी, वो लाची बेर इस करके संगतां ने नाम रखिया जी ਉਹਦਾ, ਉਹਦੇ बेर निक्के निक्के लाचियां वर्गे लगते सन, ਉਹਨੂੰ ਤਾਂ लाची बेर। जिथे सुखा सिंह महताब सिंह जी ने घोड़े बन्ने, एक लाची बेर, एक दुख भंजनी बेर, एक बाबे बुढ़े दी बेर। लाची बेर कोल कहंदे ने उस सुपने च मिलिया ते कहंदा है तुहाडा धन्नवाद, मैनू गुरु रामदास ने अपने घर च बुला लिया। भाई साहब कहते मैं ठंडा जा हो गया, जब कहते इकोदम देखा घड़ी तो 1:13 उन्हें शायद लिखिया 13 के 15, कहते मैं इशनान किया, दरबार साहब गया, मन च आया कल वो मिलिया सी, अंदर चिंतन चल रहा है शायद इस करके। कहते सवेरे मैं प्रैस, उन्होंने वजीर हिंद प्रैस होंदी सी, मैं प्रैस ते जाना सी, ते मैं अपने जिहड़ा काम करदा नौकर नूं कहा भी जा ਉਹਦਾ पता कर आपां मिल आईए फिर दोबारा, जे साडे जाया ਉਹਦਾ प्यार बनता है। कहते जदों गया नौकर, उन्हें वापस आके गया, परिवार कहता है रात नूं 1:15 वजे चढ़ाई करके आ गए। उन्हें लिखत है, मैं बेनती करांगा, देखो इनू बौद्धिक तल ते ना कला सोचो। अज ये गुरु ने क्या कहते, जो चेता करेगा सवास सवास माया चलेगी, अंतला समा किहो जा निकलेगा। जिन्ना सवास भी चलना है उन्हें एक विख नहीं चलना, जिहड़ी सवास भी चलती है एक विख, एक कदम नहीं चलना। तो जे किते सिमरन सवास चल गया उन्हें तेरी बांह कदी छड़नी नहीं। सतगुरु ने शब्द वरते है, माया मनो ना विसरै, मांगै दमा दम, सो प्रभ चित ना आवे, नानक नहीं करम। कर्म ही माड़े हो गए। हुण अगे देखो, इत्थों तक मैं फिर भी इहदा दूजा पक्ष लैके मैं फिर भी पॉजिटिव पक्ष की बेनती की है। अगे महाराज कहंदे घबरा ना, एक तेनों दौलत ओह जी दसने आ कि तिचर मूल ना थोड़ी दो। तिचर का अर्थ मैं किया ओनी देर तक, तदों तक मूल ना थड़ी दो, उक्का भी घाटा नहीं पैना, बिल्कुल नहीं थोड़ना। तिचर मूल ना थोड़ी दो, जिचर आप कृपाल। जिन्नी देर तक परमात्मा दयालु है, आप कृपाल। केड़ा ही दौलत जी, कहन लगे शब्द अकुठ, आ गुरु दा शब्द, कीर्तन बाणी सिमरन, शब्द अखुट बाबा नानका। हे भाई गुरु राम अर्जन साहब कह रहे ने, जे ये भी शब्द अर्थ कर लो बाबा नानका, तो कोई माड़ी गल नहीं, ये तो बाबे नानक दी खजाना है। शब्द अखुट बाबा नानका, खाहें खर्च धन माल, ये बैठा जिन्ना मर्जी खर्ची जाई, जिन्ना मर्जी खाई जाई, रब तेरे ते कृपा करे, तेनू 4 अखरां दा घाटा ही नहीं पैना। वाहिगुरू ही कही जाए, ही घाटा नहीं पैना। आ हुण बाणी च देखिए, दर्शन करिए, इनू तो जमदूत भी नहीं खोंदा, इन्हां नूं निआणिआं कोल जिउंदी खोल है ना जी। कोई झूठ नहीं जे, ये सच जे, ये घर घर यह अग है। इन्हें जिउंदी कहना पहला साडे नाल करा की कहंदे ना पे, इनू कोई खो के दिखाए सिमरन नूं। भरा सके पटवारी को लिया के फरदा कब्जे लेंदे आ जमीनां दे। गुरु रामदास कहंदा जिहड़ा आ नाम है ਉਹ ਜਾਂ खेत ਇਹਦੇ ਤੇ ਬੰਨੇ ਦਾ ਰੌਲਾ ਵੀ कभी नहीं पैंदा। आए का बन्ना वड्डण वास्ते कोई इनू कोई नहीं खोंदा। अगन ना दह पवन नहीं मगन है, तस्कर नेर ना जावे। राम नाम धन कर संचौनी, सो धन कतू ना जावे। हमरा धन माधो गोबिंद धरनी तर, यह सार धन कही है। जो सुख प्रभ गोबिंद की सेवा, सुख सुख राज ना। अग नहीं साड़दी, पानी नहीं डोबदा, चोर नहीं ले जा सकता। ये धन इहो जाए, ये धन अखुट। फिर बेनती सुनो, बाबा जी कह रहे हैं तिचर मूल ना थोड़ी दो, जितर आप कृपाल। मैनू याद है बाबा अतर सिंह हुणी ना, लंगर किते चलना, उन्हें भावना है ना, वो किसे कहना महाराज संगत बड़ी आ गई, लंगर बड़ा। थोड़े दिल बंदे होंगे ना, वो बेचारे गुरु घर में भी इस तरह सोची जाते जिवें मेरे घर की किचन चलती है, ये बाबे का घर है। उन्हें एको गल कहनी, हो बहुतियां गल्लां करन दी थां ना शब्द पढ़ो, तिचर मूल ना थोड़ी दो, जिचर आप कृपाल, घाटा नहीं रहना। इत्थे महाराज ने शब्द वरत्या कि शब्द अखुट, ये धन अखुट नान खुटै ना जाए, पूरा सतगुर दिया दिखाए। पर दूजा काचा धन संचै मूर गवार, मनमुख भूले अंध गवार। विख्या कह धन सदा दुख होए, ना साथ जाए ना प्राप्त होए। साचा धन गुरमति पाए, काचा धन पुन आवे जाए।
ਗੁਰੂ ਅਰਜਨ ਸਾਹਿਬ ਕਿੰਨੇ ਆਪਾਂ ਖੁਸ਼ਕਿਸਮਤਾਂ ਗੁਰਮੁਖੋ। ਵੇਖੋ ਜਿਹੜੀ ਚੀਜ਼ ਸਹਿਜੇ ਮਿਲ ਜਾਏ ਨਾ ਉਹਦੀ ਕਦਰ ਨਹੀਂ ਇੰਨੀ ਹੁੰਦੀ। ਜਿਸ ਚੀਜ਼ ਲਈ ਮਿਹਨਤ ਕਰਨੀ ਪਏ ਬੰਦਾ ਉਦੋਂ ਕਦਰ ਜਾਣਦਾ ਹੈ। ਅਸੀਂ ਸਾਰੇ ਕਹਿੰਦੇ ਹਾਂ ਹਿਸਟਰੀ ਨਹੀਂ ਸਾਂਭੀ ਗਈ। ਮੈਂ ਕਹਿੰਦਾ ਗੁਰੂ ਅਰਜਨ ਸਾਹਿਬ ਰੋਮ ਰੋਮ ਤੁਹਾਡਾ ਸ਼ੁਕਰ। ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਰੋਮ ਰੋਮ ਸ਼ੁਕਰ। ਤੁਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਸਾਡੀ ਝੋਲੀ 'ਚ ਪਾ ਦਿੱਤਾ। ਇਹ ਉਹ ਖਜ਼ਾਨਾ ਗੁਰਮੁਖੋ ਜਿਹਨੇ ਕਦੀ ਥੁੜਨਾ ਨਹੀਂ। ਇਹ ਸ਼ਬਦ ਅਖੁੱਟ ਹੈ। ਗੁਰੂ ਅਰਜਨ ਸਾਹਿਬ ਜੀ ਨੇ ਦਰਸ਼ਨ ਕੀਤੇ। ਇੱਕ ਸ਼ਬਦ ਅਸੀਂ ਪੜ੍ਹ ਲਈ, ਥੋੜ੍ਹਾ ਜਿਹਾ ਆਪ ਕਿਰਪਾ ਕਰਿਓ ਕਿਉਂਕਿ ਸਾਰਾ ਦਿਨ ਅੱਜ ਮੈਨੂੰ ਲਈ ਫਿਰੇ ਆ। ਹਾਂਜੀ ਬਖਸ਼ ਦਿਆ ਜੇ। ਤੇ ਮੈਂ ਥੱਕ ਵੀ ਜਾਣਾ। ਹੁਣ ਤੁਸੀਂ ਦੇਖਿਆ ਮੇਰੀ ਜ਼ਬਾਨ 2-3 ਵਾਰੀ ਥਥਲਾਉਂਦੀ ਪਈ ਕਿਉਂਕਿ ਆਰਾਮ ਨਹੀਂ ਨਾ ਹੋਇਆ। ਤੇ ਉਹ ਸਤਿਗੁਰੂ ਮਹਾਰਾਜ ਜਦੋਂ ਉਹ ਖਜ਼ਾਨਾ ਦੇਖਿਆ ਪੋਥੀਆਂ ਦਾ, ਉਹ ਸ਼ਬਦ ਸੀ ਖਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੇਂ ਸਹਿ ਸੁਭਾਏ। ਗੁਰਮੁਖੋ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਆਹ ਹੈ ਸ਼ਬਦ ਅਖੁੱਟ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾਂਕਾ ਕਛੂ ਨਾ ਮੋਲ ਭਰੈ ਭੰਡਾਰ ਅਖੂਟ ਅਤੋਲ। ਖਾਵੇਂ ਖਰਚੈ ਰਲ ਮਿਲ ਭਾਈ। ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ। ਖਾਵੇਂ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ। ਪਰ ਨਾਲ ਕਿਆ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲੈ ਅਰ ਲਾਏ। ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸਾਰ। ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ। ਤਿਚਰ ਮੂਲ ਨਾ ਥੁੜੀ ਦੋ। ਬਿਲਕੁਲ ਨਹੀਂ ਘਾਟਾ ਪੈਣਾ। ਜਿਚਰ ਆਪ ਕਿਰਪਾਲ। ਜਿੰਨੀ ਦੇਰ ਤੱਕ ਉਹ ਕਿਰਪਾਲੂ ਹੈ। ਵੇਖੋ ਦੋਨੋਂ ਪੱਖ ਜੇ ਸੰਸਾਰੀ ਦੌਲਤ ਦੀ ਬਖਸ਼ਿਸ਼ ਹੋਵੇ ਤਾਂ ਵੀ ਤੋਟੇ ਨਹੀਂ ਆਉਂਦੇ। ਕਦੀ ਨਹੀਂ ਤੋਟਾ ਆਉਂਦਾ ਜੀ। ਜਦੋਂ ਵਾਹਿਗੁਰੂ ਤਰਸ ਕਰਕੇ ਝੋਲੀ 'ਚ ਕੁਝ ਪਾ ਦੇ ਤੋਟਾ ਥੋੜ੍ਹਾ ਹੋਣਾ। ਤੇ ਦੌਲਤ ਦਾ ਵੀ ਤੋਟਾ ਨਹੀਂ ਆਉਂਦਾ ਤੇ ਸਿਮਰਨ ਦਾ ਵੀ ਕਦੀ ਤੋਟਾ ਨਹੀਂ ਆਉਂਦਾ। ਇਹ ਖਜ਼ਾਨਾ ਨਾ ਘਟਦਾ ਹੈ। ਇਹ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਪੁਰਖਾ ਹੱਟੀ ਸਜਾ ਚੱਲਿਆ, ਹੋਰ ਰਸ ਦੀ ਕਿੰਨੀ ਕੁ ਪਾਏਗਾ। ਜਿੰਨੀ ਕੁ ਮੈਂ ਪਾ ਦਿੱਤੀ ਏ ਮੈਂ ਦਰ ਤਾਂ ਉਮੇ 'ਚ ਨਹੀਂ। ਇੰਨਾ ਕੁ ਖਜ਼ਾਨਾ ਭਰ ਚੱਲਿਆ। ਦੂਈ ਹੱਟੀ ਝੱਟੀ ਜਿਵੇਂ ਪਾਣੀ ਝੱਟੀ ਦਾ ਇਹਨੇ ਮੁੱਕਣੀ ਕੋਈ ਨਹੀਂ। ਮਲ ਤਖਤ ਬੈਠਾ ਗੁਰ ਹੱਟੀ ਹੈ। ਕਹਿੰਦੇ ਉਸ ਹੱਟੀ ਤੇ ਬਹਿ ਗਏ। ਆਪ ਖੈਂਦੀ ਖੈਰ ਦਬੱਟੀ ਹੈ। ਦਬਾ ਦਬ ਜਿੰਨਾ ਵੰਡ ਸਕਣਾ ਵੰਡ। ਤੇ ਗੁਰਮੁਖੋ ਇਸ ਖਜ਼ਾਨੇ ਨੇ ਘਟਣਾ। ਕਦੀ ਇਹ ਖਜ਼ਾਨਾ ਪੰਜਾਬ ਵਿੱਚ ਗੂੰਜਦਾ ਸੀ। ਅੱਜ ਇਹ ਖਜ਼ਾਨਾ ਤੁਹਾਡੀ ਇਸ ਧਰਤੀ ਤੇ 24 ਘੰਟੇ ਗੂੰਜਦਾ ਪਿਆ। ਘਾਟਾ ਤੇ ਨਹੀਂ ਨਾ। ਇਹ ਜਿੱਥੇ ਜਾਣਗੇ ਵਧੇਗਾ। ਗੁਰੂ ਸਾਹਿਬ ਨੇ ਸ਼ਬਦ ਵਰਤਿਆ ਤਿਚਰ ਮੂਲ ਨਾ ਥੁੜੀ ਦੋ। ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਇਹਨੂੰ ਖਰਚ ਲੈ ਖਾ ਲੈ ਬਿਲਕੁਲ ਕਦੀ ਤੋਟਾ ਨਹੀਂ ਆਉਣਾ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। 2 ਕਥਾ ਹੋਰ ਨੇ। ਮੈਂ ਭਾਈ ਸਾਹਿਬ ਦਾ ਵੀ ਧੰਨਵਾਦ ਕਰਨਾ ਕਿਉਂਕਿ ਹਰ ਸਾਲ ਆਪ ਜੀ ਦੇ ਦਰਸ਼ਨ ਕਰਾ ਦਿੰਦੇ ਆ। ਹਾਲਾਂ ਮੈਨੂੰ ਪਤਾ ਮੈਂ ਸਟੇਜ 'ਤੇ ਕਹਿਣ ਤੋਂ ਗੁਰੂ ਜੀ ਨੇ ਮੈਨੂੰ ਬਹੁਤ ਕੁਝ ਸੁਣਨਾ ਪੈਂਦਾ। ਉੱਥੇ ਕਿਉਂ ਗਏ, ਫਲਾਣੀ ਥਾਂ ਕਿਉਂ ਗਏ। ਮੈਨੂੰ 30 ਸਾਲ 25-30 ਸਾਲ ਹੋ ਚੱਲਿਆ। ਤੇ ਮੈਂ ਇਹ ਨਹੀਂ ਕਿ ਇਸ ਤਰ੍ਹਾਂ ਵੀ ਬਹੁਤ ਕੁਝ ਸੁਣਨ ਨੂੰ ਮਿਲਦਾ। ਪਰ ਜੇ ਤੁਸੀਂ ਪਿਆਰ ਨਾਲ ਆਉਂਦੇ ਹੋ, ਭਾਈ ਸਾਹਿਬ ਬੁਲਾਉਂਦੇ ਆ, ਅਸੀਂ ਜ਼ਰੂਰ ਆਪ ਜੀ ਦੇ ਦਰਸ਼ਨ ਕਰਾਂਗੇ। ਗੁਰੂ ਦਾ ਸ਼ਬਦ ਉੱਥੇ ਹੀ ਸੁਣਾਇਆ ਜਾਏਗਾ ਜਿੱਥੇ ਕੋਈ ਕਦਰਦਾਨ ਹੋਵੇਗਾ। ਯਾਦ ਰੱਖਿਓ ਐਵੇਂ ਥਾਂ ਥਾਂ 'ਤੇ ਨਹੀਂ ਰੁਲਿਆ ਜਾਂਦਾ। ਫਿਰ ਮੈਂ ਸਿੱਧੇ ਜਿਹੇ ਸਮਝਣ ਵਾਲੇ ਸਾਰੇ ਗੱਲ ਸਮਝ ਗਏ। ਗੁਰੂ ਬਖਸ਼ਿਸ਼ ਕਰੇ ਸਾਨੂੰ ਸਭ ਨੂੰ ਸਮੱਤ ਬਖਸ਼ੇ ਜੀ। ਕੱਲ੍ਹ ਨੂੰ ਆਪਾਂ ਸੁਬਾਹ ਦੁਪਹਿਰ ਦੇ ਦੀਵਾਨ 'ਚ ਗੁਰੂ ਨਾਨਕ ਸਾਹਿਬ ਦਾ ਮੇਰੀ ਇੱਛਾ ਸੀ ਭਾਈ ਮਰਦਾਨਾ ਜੀ ਦਾ ਜ਼ਿਕਰ ਕਰਦਾ ਜਾਵਾਂ ਐਤਕੀ ਕਿ ਕਿਵੇਂ ਮਿਲਾਪ ਹੋਇਆ, ਕੀਰਤਨ ਕੀ ਹੈ ਬਾਬਾ ਜੀ ਦਾ। ਇਹ ਆਪਾਂ ਸੁਬਾਹ ਵਾਚਾਂਗੇ ਜੀ। ਸ਼ਾਮ ਦੇ ਦੀਵਾਨ 'ਚ 2 ਸ਼ਲੋਕ ਰਹਿ ਗਏ ਆ ਤੇ ਬਾਬਾ ਜੀ ਦਾ ਜਿਹੜਾ ਇਹ ਅੰਤਲਾ ਸਮਾਂ ਅਸੀਂ ਹਰ ਸਾਲ ਪੜ੍ਹਨੇ ਆ ਜੀ, ਉਹ ਵੀ ਆਪਾਂ ਵਾਚਣਾ ਕਿਉਂਕਿ ਉਸ ਗੁਰਸਿੱਖ ਨੂੰ ਆਪ ਯਾਦ ਪੈ ਕਰਦੇ ਹੋ, ਹਰ ਸਾਲ ਕਰਦੇ ਹੋ। ਤੇ ਮੈਂ ਪਹਿਲੇ ਦਿਨ ਕਿਹਾ ਸੀ ਬੰਦਗੀ ਕਰਨ ਵਾਲਾ ਰੱਬ 'ਚ ਅਪੇਧ ਹੋ ਜਾਂਦਾ ਹੈ। ਜਿੱਥੇ ਕੋਈ ਯਾਦ ਕਰੇ ਉਹਦੀ ਖੇਡ ਵਰਤਦੀ ਹੈ।
ਸਭ ਦਾ ਧੰਨਵਾਦ। ਆਓ ਹੁਣ ਸਾਰੇ ਆਪਾਂ ਸਿਮਰਨ ਕਰ ਲਈਏ।